328 ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਐਸਜੀਪੀਸੀ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਅਤੇ ਹਰ ਇੱਕ ਸਿੱਖ ਜਥੇਬੰਦੀ ਵੱਲੋਂ ਐਸਜੀਪੀਸੀ ਕੋਲੋਂ 328 ਪਾਵਨ ਸਰੂਪਾਂ ਦਾ ਹਿਸਾਬ ਮੰਗਿਆ ਜਾ ਰਿਹਾ ਹੈ। ਹਾਲਾਂਕਿ ਐਸਜੀਪੀਸੀ ਵੱਲੋਂ ਕੁਝ ਪੰਨਿਆਂ ਦੀ ਰਿਪੋਰਟ ਵੀ ਜਨਤਕ ਕਰ ਦਿੱਤੀ ਗਈ ਹੈ, ਪਰ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ 1000 ਪੰਨਿਆਂ ਦੀ ਰਿਪੋਰਟ ਜਨਤਕ ਨਹੀਂ ਹੁੰਦੀ ਅਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ, ਉਨੀ ਦੇਰ ਤੱਕ ਉਹ ਚੁੱਪ ਬੈਠਣ ਵਾਲੇ ਨਹੀਂ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਭਾਈ ਇਮਾਨ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਵਿਖੇ ਪਹੁੰਚ ਕੇ ਪ੍ਰੈਸ ਵਾਰਤਾ ਕੀਤੀ ਗਈ ਤੇ ਉਹਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ 328 ਸਰੂਪਾਂ ਨੂੰ ਲਾਪਤਾ ਕਰਨ ਕਰਕੇ ਜਾਣਬੁੱਝ ਕੇ ਸਿੱਖ ਧਰਮ ਵਿੱਚ ਵਿਵਾਦ ਖੜਾ ਕੀਤਾ ਜਾ ਰਿਹਾ ਹੈ। ਐਸਜੀਪੀਸੀ ਇਸ ਦਾ ਜਵਾਬ ਦੇਵੇ ਕਿ 328 ਸਰੂਪ ਚੋਰੀ ਹੋਏ ਹਨ ਜਾਂ ਲਾਪਤਾ ਹੋਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ 328 ਸਰੂਪ ਆਰਐਸਐਸ ਜਾਂ ਕਿਸੇ ਹੋਰ ਏਜੰਸੀ ਨਾਲ ਮਿਲ ਕੇ ਐਸਜੀਪੀਸੀ ਨੇ ਗਾਇਬ ਕਰਵਾਏ ਹਨ। ਅੱਗੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਨੂੰ ਆਪਣੇ ਵਪਾਰਕ ਸਾਂਝ ਪਾਕਿਸਤਾਨ ਨਾਲ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਕਿਸਾਨ ਖੁਸ਼ਹਾਲ ਭਰੀ ਜ਼ਿੰਦਗੀ ਜੀ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਿੰਦਰਪਾਲ ਸਿੰਘ ਗਰੇਵਾਲ ਅੱਜ ਦੀਵਾਲੀ ਅਤੇ ਗੁਰਪੁਰਬ ਦੇ ਸ਼ੁਭ ਮੌਕੇ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਅਤੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਦੀਵਾਲੀ ਦੇ ਮੌਕੇ ਤੇ ਪਟਾਕਿਆਂ ਦੀ ਘੱਟ ਵਰਤੋਂ ਕੀਤੀ ਜਾਵੇ, ਜਿਸ ਨਾਲ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं कौस्तुभ दादा, सीनियर एक्टिविस्ट पंजाब बीजेपी। मैं विनीतपाल सिंह मोंगा, पंजाब सूबा सकੱਤਰ प्रधानमंत्री जन कल्याणकारी योजना प्रचार प्रसार अभियान भाजपा। ਸਾਡੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਅਤੇ ਲੁਧਿਆਣਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਸਾਰਿਆਂ ਨੂੰ ਹੀ ਹੱਥ ਬੰਨ੍ਹ ਕੇ ਅਪੀਲ ਹੈ ਕਿ ਤੁਸੀਂ ਸੇਫ ਦੀਵਾਲੀ ਮਨਾਓ, ਈਕੋ ਫ੍ਰੈਂਡਲੀ ਦੀਵਾਲੀ ਮਨਾਓ ਅਤੇ ਸਵੱਛਤਾ ਦਾ ਧਿਆਨ ਰੱਖੋ। ਸਰ ਸਾਹਿਬ, ਸਾਡੇ ਤਾਂ ਗੁਰੂ ਸਾਹਿਬ ਨਹੀਂ ਸਾਡੇ ਤੋਂ ਲੱਭੇ ਗਏ ਤੇ ਬੀਜੇਪੀ ਨੂੰ ਅਸੀਂ ਤਾਂ ਮੁੱਦੇ ਅਸੀਂ ਨਹੀਂ। ਸਰ ਸਾਹਿਬ, ਤੁਸੀਂ ਆਪਣੀ ਸੋਚ ਰੱਖੋ, ਸਾਡੀ ਸੋਚ ਤਾਂ ਹੈ ਕਿ ਅਸੀਂ ਕਰਨਾ ਹੀ ਕਰਨਾ ਹੈ। ਮੈਂ ਤੁਹਾਨੂੰ ਸਵਾਲ ਪੁੱਛਦਾ ਪਿਆ, ਮੇਰਾ ਅਧਿਕਾਰ ਹੈ ਸਵਾਲ ਪੁੱਛਣ ਦਾ। ਹਾਂਜੀ, ਜੇ ਮੈਨੂੰ ਬੁਲਾਇਆ ਗਿਆ ਤੁਹਾਡੀ ਪ੍ਰੈਸ ਕਾਨਫਰੰਸ, ਮੈਂ ਬਿਨਾਂ ਬੁਲਾਏ ਨਹੀਂ ਆਇਆ, ਸਵਾਲ ਪੁੱਛਣ ਵਾਸਤੇ ਹੀ ਆਇਆ। ਤੁਸੀਂ ਬਾਰ-ਬਾਰ ਇਹ ਕਹਿੰਦੇ ਪਏ ਹੋ ਕਿ ਫ੍ਰੀ ਟ੍ਰੇਡ ਹੋਣਾ ਚਾਹੀਦਾ, ਪਾਕਿਸਤਾਨ ਨਾਲ ਟ੍ਰੇਡ ਖੋਲ੍ਹਣਾ ਚਾਹੀਦਾ। ਬੀਜੇਪੀ ਐਡੀ ਸਿੱਧੇ ਹੈ ਕਿ ਤੁਹਾਨੂੰ ਫਟਾਫਟ ਖੋਲ੍ਹਣ ਵਾਸਤੇ ਜ਼ਿਆਦਾ ਉਹਨਾਂ ਨੂੰ ਕਰਤਾਰਪੁਰ ਕੋਰੀਡੋਰ ਖੋਲ੍ਹਣ ਵਾਸਤੇ ਬੜੀ ਔਖ ਹੁੰਦੀ ਪਈ ਸੀ, ਜਿਹੜਾ ਪਿਛਲੇ 6 ਮਹੀਨਿਆਂ ਤੋਂ ਬੰਦ ਹੈ। ਮੈਂ ਧੰਨਵਾਦੀ ਹਾਂ ਤੁਹਾਡੇ ਸਵਾਲ ਦਾ, ਔਰ ਇਹ ਸਵਾਲ ਹੈ ਵੀ ਸਹੀ, ਪਰ ਜਿਹੜੀ ਭਾਵਨਾ ਨਾਲ ਅਸੀਂ ਖੜੇ ਹਾਂ ਉਹ ਇਹ ਹੈ ਕਿ ਇਹ ਲੌਜਿਕ ਡਿਕਟੇਟ ਕਰਦਾ ਹੈ। ਜੇ ਬੀਜੇਪੀ ਨੇ ਇਲੌਜੀਕਲ ਕੰਮ ਕਰਨਾ ਹੈ, ਆਪਣੇ ਸਟੇਟਡ ਗੋਲਸ ਤੇ ਏਮਸ ਤੋਂ ਬਾਹਰ ਕੰਮ ਕਰਨਾ ਹੈ, ਉਹਨਾਂ ਨੇ ਆਪਣੀ ਸੋਚ ਨੂੰ ਤੋੜਨਾ ਹੈ ਤਾਂ ਉਹ ਨਾ ਕਰੇ। ਪਰ ਜੇ ਲੌਜਿਕ ਨੂੰ ਫੋਲੋ ਕਰਨਾ ਹੈ, ਜੇ ਰੀਜ਼ਨੇਬਲ ਕੰਮ ਕਰਨਾ ਹੈ, WTO ਟ੍ਰੀਟੀ ਨੂੰ ਫੋਲੋ ਕਰਨਾ ਹੈ, ਫਿਰ ਉਹਨਾਂ ਦੇ ਉੱਤੇ ਇਹ ਬੋਝ ਆਉਣਾ ਚਾਹੀਦਾ ਹੈ। ਤੁਸੀਂ ਮੈਨੂੰ ਪੁੱਛ ਰਹੇ ਹੋ ਬੀਜੇਪੀ ਕਰੂ ਕਿ ਨਹੀਂ ਕਰੂ। ਸਰ ਸਾਹਿਬ, ਮੇਰੇ ਕੋਈ ਲਿੰਕ ਬੀਜੇਪੀ ਨਾਲ ਨਹੀਂ ਹੈਗੇ, ਪਰ ਮੈਂ ਤੁਹਾਨੂੰ ਦੱਸ ਰਿਹਾ, ਮੈਂ ਤੁਹਾਨੂੰ ਸਵਾਲ ਨਹੀਂ ਕਰ ਰਿਹਾ, ਮੈਂ ਤੁਹਾਨੂੰ ਦੱਸ ਰਿਹਾ ਮੇਰੇ ਕੋਈ ਲਿੰਕ ਨਹੀਂ ਹੈਗੇ। ਉਹਨਾਂ ਦੇ ਦਿਮਾਗ 'ਚ ਕੀ ਹੈ ਕੀ ਨਹੀਂ ਹੈ ਮੈਨੂੰ ਨਹੀਂ ਪਤਾ, ਪਰ ਮੈਂ ਆਪਣਾ ਪੇਸ਼ਾ ਪੇਸ਼ ਕਰ ਰਿਹਾ। ਜਿਹੜੀ ਬੀਜੇਪੀ ਹੁਣ ਤੱਕ ਪੰਜਾਬ ਦੇ ਨਾਲ ਧੱਕਾ ਕਰਦੀ ਆ ਰਹੀ ਹੈ, ਉਹ ਪੰਜਾਬੀਆਂ ਨੂੰ ਖੁਸ਼ਹਾਲ ਕਰਨ ਵਾਸਤੇ ਪਾਕਿਸਤਾਨ ਖੋਲ੍ਹ ਦੇਗੀ, ਇਹ ਤਾਂ ਪੋਸੀਬਲ ਨਹੀਂ। ਇਹ ਮੁੱਦਾ ਉਸ ਤੋਂ ਵੱਡਾ ਹੈ, ਇਹ ਹੈਗਾ ਆਈਡੀਓਲੋਜੀ ਦਾ। ਜੇ ਫ੍ਰੀ ਮਾਰਕੀਟ ਇਕਨੋਮਿਕਸ ਤੁਸੀਂ ਆਈਡੀਓਲੋਜੀ ਅਪਣਾਉਣੀ ਹੈ, ਉਹ ਤੁਸੀਂ ਆਪਣਾ ਧਰਮ ਬਣਾਉਣਾ ਹੈ, ਜਿਵੇਂ ਮਾਰਕਸਵਾਦੀ ਸੋਚ ਨੇ ਆਪਣਾ ਧਰਮ ਬਣਾਇਆ ਸੀਗਾ, ਫਿਰ ਉਹ ਲੌਜਿਕ ਡਿਕਟੇਟ ਕਰਦਾ ਕਿ ਫ੍ਰੀ ਟ੍ਰੇਡ ਹੋਣੀ ਚਾਹੀਦੀ ਹੈ। ਸੋ ਉਹਨੂੰ ਭੰਗ ਕਰਨਾ ਪੈਣਾ ਬੀਜੇਪੀ ਨੂੰ। ਸਾਲ ਹੋ ਗਿਆ ਵਾ ਤਕਰੀਬਨ ਹੋਣ ਜਾ ਰਿਹਾ, ਇੱਕ ਵਾਰੀ ਖੋਲ ਕੇ ਬੰਦ ਕਰ ਦਿੱਤਾ ਗਿਆ ਸੀ ਕਰੋਨਾ ਦਾ ਕਾਰਨ, ਪਰ ਆਮ ਤੇ ਹੁਣ ਦੇਸ਼ਾਂ ਦੇ ਵਿੱਚ ਹਵਾਈ ਜਹਾਜ਼ ਵੀ ਚੱਲ ਰਹੇ ਆ ਤੇ ਚੱਲ ਰਿਹਾ, ਪਰ ਕਰਤਾਰਪੁਰ ਲਾਂਘਾ ਕਿਉਂ ਨਹੀਂ ਖੋਲ ਰਿਹਾ? ਇਹਦੇ ਬਾਰੇ ਖੁੱਲ੍ਹਣਾ ਚਾਹੀਦਾ ਪਹਿਲੀ ਗੱਲ। ਹਾਂਜੀ, ਸਰਕਾਰ ਵੀ ਉਹ ਤਾਂ ਹੈ ਹੀ ਜੀ, ਇਹ ਖੁੱਲ੍ਹਣਾ ਚਾਹੀਦਾ ਤੇ ਅਸੀਂ ਜੇ ਪਹਿਲਾਂ ਨਹੀਂ ਕਿਹਾ, ਹੁਣ ਮੈਂ ਕਹਿੰਦਾ ਕਿ ਇਸ ਕਾਨਫਰੰਸ ਦੇ ਵਿੱਚ, ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਇਹ ਵੀ ਮੰਗ ਰੱਖਦੇ ਹਾਂ, ਕਿਉਂ ਨਹੀਂ ਖੋਲ੍ਹਿਆ ਜਾ ਰਿਹਾ ਹੈਗਾ। ਇਹਨਾਂ ਦੀਆਂ ਗਲਤ ਸੋਚ ਤੇ ਨੀਤ ਹੈ। ਇਹਨਾਂ ਨੂੰ ਜਿਹੜੀ ਲੌਜਿਕ ਹੁਣ ਅਸੀਂ ਬੇਨਤੀ ਕੀਤੀ ਹੈ
ਉਹਦੇ ਅਧੀਨ ਇਹਨੂੰ ਤੋਰਨਾ ਚਾਹੀਦਾ ਹੈ। ਪਾਕਿਸਤਾਨ ਸਰਕਾਰ ਕਹਿ ਰਹੀ ਹੈ ਉਹਨਾਂ ਨੂੰ ਕੋਈ ਖਤਰਾ ਨਹੀਂ ਸ਼ਾਇਦ ਕਰੋਨਾ ਤੋਂ, ਕਹਿ ਰਹੇ ਆਉਣ ਤੋਂ ਜਿਹੜੇ ਸ਼ਰਧਾਲੂ ਮੱਥਾ ਟੇਕਣ ਆ ਸਕਦੇ ਆ, ਪਰ ਸਾਡੀ ਸਰਕਾਰ ਜਿਹੜੀ ਉਹ ਬੇਨਤੀ ਕੇ ਜਿੱਤ ਰਹੇ ਆ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਸਾਡੀ ਸਰਕਾਰ, ਇਹਦੇ ਉੱਤੇ ਅਸਰ ਪੈਣਗੇ ਜੇ ਇਹ ਆਪਣਿਆਂ ਦੀ ਸੁਣਨਗੇ ਨਹੀਂ। ਹਾਂਜੀ ਹਮਾਨ ਸਿੰਘ ਮਾਨ ਜੀ ਨੇ ਸਾਰਾ ਕੁਝ ਕਹਿ ਦਿੱਤਾ ਹੈ। ਇਹਦੇ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ। ਪ੍ਰੋਗਰਾਮ ਦੇ ਦਿੱਤੇ ਆ। ਸਾਡਾ ਤਾਂ ਇੰਨੀ ਗੱਲ ਹੈ, ਅਸੀਂ ਤਾਂ ਇਹ ਪੁੱਛਦੇ ਹਾਂ ਕਿੱਥੇ ਸਾਡੇ ਗੁਰੂ ਨੇ, ਕੌਣ ਲੈ ਗਿਆ, ਕਿੱਥੇ ਆ, ਕਿਉਂ ਨਹੀਂ ਦੱਸਦੇ ਤੇ ਚੁੱਪ ਕਿਉਂ ਆ? ਜੇ ਸਾਡਾ ਬਾਪੂ ਗੁੰਮ ਹੋ ਜੇ ਉਹ ਤਾਂ ਲੱਭਦੇ ਬੰਦੇ ਸਾਡਾ ਬਾਪੂ ਗੁੰਮ ਹੈ। ਇਹਦੇ ਤੇ ਪ੍ਰਕਾਸ਼ ਸਿੰਘ ਬਾਦਲ ਵੀ ਚੁੱਪ ਹੈ, ਹਰਸਿਮਰਤ ਵੀ ਚੁੱਪ ਹੈ ਤੇ ਮਜੀਠੀਆ ਵੀ ਚੁੱਪ ਹੈ, ਸੁਖਬੀਰ ਬਾਦਲ ਵੀ ਚੁੱਪ ਹੈ ਤੇ ਲੌਂਗੋਵਾਲ ਤੇ ਕਿਉਂ ਚੁੱਪ ਹੈ? ਇਹ ਤਾਂ ਚੁੱਪ ਹੈ ਕਿ ਗੁਰੂ ਸਾਹਿਬ ਸਾਡੇ ਕਿੱਧਰ ਗਏ? ਇਹ ਨਾਗਪੁਰ ਚਲੇ ਗਏ। ਇਹ 50 ਸਾਲ ਬਾਅਦ ਪਤਾ ਕੀ ਕਹਿਣਗੇ? ਅਸੀਂ ਜਦੋਂ ਮਰ ਗਏ ਤੇ ਕਹਿਣਗੇ ਗੁਰੂ ਆਹ ਸਹੀ ਆ। ਇਹ ਤਾਂ ਗੁਰੂ ਲੱਭਣਾ, ਉਹਨਾਂ ਚਿਰ ਅਸੀਂ ਖਹਿੜਾ ਨਹੀਂ ਛੱਡਣਾ ਜਿੰਨਾ ਸਰ ਗੁਰੂ ਨਹੀਂ ਸਾਡੇ ਲੱਭਦੇ। ਦੂਜੀ ਗੱਲ ਇਹ ਹੈ ਵੀ ਜਿਹੜਾ ਤੁਸੀਂ ਬਾਰਡਰ ਦੀ ਗੱਲ ਸੀ ਬੜੀ ਸੋਹਣੀ ਸਮਝਾਈ ਆ WTO ਦੀ। ਅਸੀਂ ਕਹਿੰਦੇ ਜੇ ਨੇਪਾਲ ਦਾ ਬਾਰਡਰ ਖੁੱਲ੍ਹ ਸਕਦਾ ਹੈ, ਬੰਗਲਾਦੇਸ਼ ਦਾ ਬਾਰਡਰ ਖੁੱਲ੍ਹ ਸਕਦਾ ਹੈ, ਉਹ ਵੀ ਇੱਕ ਦੇਸ਼ ਹੈ, ਤੇ ਫਿਰ ਭਾਈ ਜੇ ਉੱਥੇ ਕਰੋਨਾ ਨਹੀਂ ਤੇ ਇੱਥੇ ਕਰੋਨਾ ਕਿੱਥੋਂ ਆ ਗਿਆ? ਉੱਥੇ ਵੀ ਟਰੱਕ ਚੱਲ ਰਿਹਾ, ਵਪਾਰੀ ਵਪਾਰ ਕਰ ਰਿਹਾ ਹੈ, ਤੇ ਫਿਰ ਇੱਥੇ ਕਿਉਂ ਆ? ਇਹ ਜਾਣਬੁੱਝ ਕੇ ਕਰ ਰਹੇ ਆ। ਇਹ ਸਮਝ ਕਰਕੇ ਇੱਥੋਂ ਹਿੰਦੂ ਨੂੰ ਪੰਜਾਬੀ ਨੂੰ ਮਾਰਨਾ ਚਾਹੁੰਦੇ ਆ, ਮੁਸਲਮਾਨ ਈਸਾਈ ਤੇ ਸਿੱਖਾਂ ਨੂੰ ਜਾਣਬੁੱਝ ਕੇ ਮਾਰਨਾ ਚਾਹੀਦਾ ਹੈ। ਇਹ ਬਾਰਡਰ ਖੁੱਲੂਗਾ। ਇਹ ਵੀ ਜਿੰਨਾ ਚਿਰ ਨਾ ਖੁੱਡਿਆ, ਇਹ ਬਾਰਡਰ ਖੁੱਲ੍ਹਣੇ ਪਤਾ ਕਿਦੋਂ ਸ਼ੁਰੂ ਹੈ? ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 1990 'ਚ ਕਿਹਾ ਸੀ ਕਿ ਮੈਂ ਬਾਰਡਰ ਖੋਲੂੰਗਾ। ਇਹ ਪਾਲਿਸੀ ਅਕਾਲੀ ਦਲ ਅੰਮ੍ਰਿਤਸਰ ਦੀ ਆ। ਹੌਲੀ ਹੌਲੀ ਅਡਵਾਨੀ ਨੇ ਵੀ ਇਹਨੂੰ ਮੰਨਿਆ, ਵਾਜਪਾਈ ਨੇ ਮੰਨਿਆ, ਕੁਲਦੀਪ ਨਈਅਰ ਨੇ ਮੰਨਿਆ, ਸਤਨਾਮ ਮਾਨਕ ਨੇ ਮੰਨਿਆ ਤੇ ਸਾਰਿਆਂ ਨੇ ਮੰਨਣਾ। ਹੁਣ ਭਾਈ ਸਾਰਿਆਂ ਨੂੰ ਮੰਨਣਾ ਪੈਣਾ ਤੇ ਇਸ ਕਰਕੇ ਇਹ ਗੱਲ ਆ। ਇੱਕ ਸਾਡਾ ਪ੍ਰੋਗਰਾਮ ਰਹਿ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ। ਜਿਵੇਂ ਇੰਡੀਆ ਦੀ ਪਾਰਲੀਮੈਂਟ ਦੀ ਚੋਣ ਨਹੀਂ ਹੁੰਦੀ ਤੇ ਸਾਡੀ ਕਿਉਂ ਨਹੀਂ ਹੁੰਦੀ ਬਰਾਬਰ? ਇਹ ਧੱਕੇ ਨਾਲ ਹੀ ਆ। 21 ਅਕਤੂਬਰ ਨੂੰ ਜਿਹੜੀ ਚੋਣ ਆ ਧੱਕੇ ਨਾਲ ਠੋਕੀ ਹੈ ਸੁਪਰੀਮ ਕੋਰਟ। 21 ਨੂੰ ਖਤਮ ਹੋਣੀ ਹੈ, 21 ਅਕਤੂਬਰ 2121 ਨੂੰ। ਅਸੀਂ 6 ਸਤੰਬਰ 2021 ਨੂੰ ਇੱਕ ਪੰਥਕ ਇਕੱਠ ਅੰਮ੍ਰਿਤਸਰ 'ਚ ਕਰ ਰਹੇ ਹਾਂ ਤੇ ਇਹਨਾਂ ਦੇ ਦਬਾਅ ਪਾਵਾਂਗੇ, ਇਹ ਚੋਣ ਲਾਜ਼ਮੀ ਕਰ ਦੇਣਗੇ। ਕਮਿਊਨਿਜ਼ਮ ਹੈ ਰਸ਼ੀਆ 'ਚ ਖਤਮ ਹੋ ਗਿਆ, ਜਿਹੜਾ ਯੂਰਪ ਈਸਟਰਨ ਯੂਰਪ 'ਚ ਖਤਮ ਹੋ ਗਿਆ। ਚਾਈਨਾ ਵੀ ਮੋਡੀਫਾਈਡ ਵਰਜ਼ਨ ਕਰਦਾ ਹੈ ਔਰ ਸਿਰਫ ਤੇ ਸਿਰਫ ਅੱਜ ਦੇ ਦਿਨ ਕਿਊਬਾ ਦੇ ਵਿੱਚ ਇਹ ਕਮਿਊਨਿਜ਼ਮ ਚੱਲਦਾ ਹੈ। ਇਹ ਸਿਸਟਮ ਖਤਮ ਹੋਣ ਤੇ, ਇਹਦਾ ਅੰਤ ਆਉਣ ਤੇ ਸ਼ਾਇਦ ਮੁੜ ਜੀਵੇ ਕਿਤੇ ਹੋਰ ਅੱਗੇ ਹੋ ਜਾਏ। ਬੀਜੇਪੀ ਨੇ ਆਪਣੀ ਲੜ ਬੰਨ੍ਹਤੀ ਹੈਗੀ ਆ ਮਾਰਕੀਟ ਇਕਨੋਮਿਕਸ ਨਾਲ। ਉਹਨਾਂ ਨੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹੀ ਸੋਚ ਆਪਣੇ ਸਟੇਟ ਦੇ ਕਾਨੂੰਨ 'ਚ ਪਾਈ ਸੀ ਜੋ ਅੱਜ ਸੈਂਟਰ ਵਪਾਰੀਆਂ ਰਾਹੀਂ, ਐਂਟਰਪ੍ਰੀਨਿਓਰਸ ਰਾਹੀਂ, ਫ੍ਰੀ ਮਾਰਕੀਟ ਸਿਸਟਮ ਰਾਹੀਂ ਖਰੀਦ ਵੱਲ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਕਹਿੰਦੇ ਹਾਂ ਕਿ ਜੇ ਵਾਕਈ ਬੀਜੇਪੀ ਸੋਚ ਰੱਖਦੀ ਹੈ ਕਿ ਕਿਸਾਨੀਅਤ ਦਾ ਵਾਧਾ ਹੁੰਦਾ ਹੈ ਇਹੋ ਜੀ ਖੁੱਲ੍ਹੇ ਮਾਰਕੀਟ ਨਾਲ, ਤਾਂ ਪ੍ਰੋਫੈਸਰ ਘੁੰਮਣ ਦੀ ਰਿਪੋਰਟ ਕਹਿੰਦੀ ਹੈ ਕਿ ਘੱਟੋ ਘੱਟ 40 ਬਿਲੀਅਨ US ਡਾਲਰ ਦਾ ਵਾਧਾ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤ ਦੀ ਇਕਨੋਮੀ 'ਚ ਹੋਊਗਾ ਜੇ ਪਾਕਿਸਤਾਨ ਦੇ ਨਾਲ ਟ੍ਰੇਡ ਖੁੱਲ੍ਹੇ। ਔਰ ਅਸੀਂ ਇਸ ਨੂੰ ਮੁੱਖ ਰੱਖਦੇ ਹਾਂ ਆਰਥਿਕਤਾ ਵਧਾਉਣ ਵਾਸਤੇ। ਜਿਹੜੇ ਕਿਸਾਨਾਂ ਦਾ ਜਿਣਸ ਹੈ, ਜੇ ਇਹਨਾਂ ਦੀ ਰਿਪੋਰਟ ਪੜ੍ਹੀ ਜਾਏ ਤਾਂ ਉਹਦੇ ਅੰਕੜੇ ਦੱਸਦੇ ਹੈ ਕਿ ਤਕਰੀਬਨ ਜਿਹੜੀ 2016-17 'ਚ ਜਿਹੜੀ ਸਬਜ਼ੀ ਪੰਜਾਬ ਇਸ ਤੋਂ ਪਾਕਿਸਤਾਨ ਰਾਹੀਂ ਅਫਗਾਨਿਸਤਾਨ ਗਈ 36 ਲੱਖ ਰੁਪਈਏ ਦੇ 36,000 ਲੱਖ ਰੁਪਏ ਦੇ ਅਸੀਂ ਵੈਜੀਟੇਬਲ ਪਾਕਿਸਤਾਨ ਨੂੰ ਵੇਚੇ। ਜਿਹੜਾ ਕਪਾਹ ਹੈ, ਨਰਮਾ ਹੈ, ਉਹ ਵਰਧਮਾਨ ਤੇ ਨਾਹਰ ਮਿਲ ਨੇ ਪਾਕਿਸਤਾਨ ਨੂੰ ਪ੍ਰੋਸੈਸ ਕਰਕੇ 54,000 ਲੱਖ ਦਾ ਉੱਥੇ ਸਾਡਾ ਟ੍ਰੇਡ ਹੋਇਆ ਹੈਗਾ। ਪਲਾਸਟਿਕ ਦੇ ਜਿਹੜੇ ਪੈਲਟ ਮਿਲਦੇ ਆ ਜਿਹਦੇ ਨਾਲ ਅਸੀਂ ਪਲਾਸਟਿਕ ਦੀਆਂ ਚੀਜ਼ਾਂ ਬਣਾਉਂਦੀਆਂ, ਉਰਿਓਂ 12,000 ਲੱਖ ਰੁਪਏ ਦਾ ਉੱਥੇ ਗਿਆ। ਜਿਹੜਾ ਸਾਨੂੰ
ਪਾਕਿਸਤਾਨ ਤੋਂ ਮਾਲ ਆਇਆ, ਉਹਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਸਾਡੇ ਡਰਾਈ ਫਰੂਟਸ ਆਦਿ ਸਾਨੂੰ ਉੱਥੋਂ ਮਿਲਦੇ ਹੈ। ਉਹਦੇ ਵਿੱਚ ਖਜੂਰ ਤਾਂ ਹੁਣ ਥੋੜ੍ਹੇ ਥੋੜ੍ਹੇ ਆਉਂਦੇ ਆ, ਪਰ ਜਦ ਤੇ WTO ਸਾਈਨ ਹੋਇਆ, ਇਹਨਾਂ ਦਾ ਫਰਜ਼ ਬਣਦਾ ਹੈ ਕਿ ਇੱਕ ਦੂਜੇ ਨੂੰ ਮੋਸਟ ਫੇਵਰਡ ਨੇਸ਼ਨ ਦਾ ਖਿਤਾਬ ਦੇਣ, ਜਿਸ ਤਹਿਤ ਟ੍ਰੇਡ ਬੈਰੀਅਰ ਖਤਮ ਹੁੰਦੇ ਹੈ। ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਹੈ, ਪਾਕਿਸਤਾਨ ਨੇ ਉਹ ਵਾਪਸ ਇੱਧਰ ਨਹੀਂ ਕੀਤਾ। ਉਹਨਾਂ ਨੇ ਲਿਸਟ ਬਾਈ ਲਿਸਟ ਕੰਮ ਕਰਨਾ ਚਾਹੁੰਦੇ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਸਿਗਨੇਟਰੀਜ਼ ਟੂ ਇੱਕ ਟ੍ਰੀਟੀ WTO ਦੇ ਹੈਗੇ ਤੇ ਕਾਨੂੰਨਨ ਤੌਰ ਤੇ ਤੁਹਾਨੂੰ ਇੱਕ ਦੂਜੇ ਨੂੰ ਮੋਸਟ ਫੇਵਰਡ ਨੇਸ਼ਨ ਦਾ ਖਿਤਾਬ ਦੇਣਾ ਚਾਹੀਦਾ ਹੈ। ਜਿਹੜਾ ਪੁਲਵਾਮਾ ਦੇ ਅਟੈਕ ਦੇ ਬਾਅਦ ਭਾਰਤ ਨੇ 2019 ਅਗਸਤ ਦੇ ਵਿੱਚ 200% ਦੀ ਟੈਕਸ ਇੰਪੋਜ਼ ਕੀਤਾ ਹੈ ਪਾਕਿਸਤਾਨੀ ਗੁੱਡਸ ਤੇ, ਉਹ ਬੰਦ ਹੋਣਾ ਚਾਹੀਦਾ ਹੈ। ਸਧਾਰਨ ਜੀ ਗੱਲ ਹੈ ਕਿ ਪਾਕਿਸਤਾਨ ਸਾਨੂੰ ਸਭ ਤੋਂ ਜ਼ਿਆਦਾ ਤਕਰੀਬਨ 19 ਤੋਂ 22% ਉਹਦਾ ਜਿਹੜਾ ਇੰਪੋਰਟ ਇੱਧਰ ਹੈ, ਐਕਸਪੋਰਟ ਇੱਧਰ ਹੈ, ਉਹ ਸੀਮੈਂਟ ਹੈ। ਪਾਕਿਸਤਾਨ ਤੋਂ ਉਸ ਤੋਂ ਵੱਧ ਮਾਤਰਾ ਦੇ ਵਿੱਚ ਜਿਪਸਮ ਆਉਂਦਾ ਹੈ। ਜਿਪਸਮ ਇੱਥੇ ਦੀਆਂ ਫੈਕਟਰੀਆਂ ਜਿਹੜੀਆਂ ਮੰਡੀ 'ਚ ਖੜੀਆਂ ਸੀਮੈਂਟ ਬਣਾਉਂਦੀਆਂ, ਉਹ ਪਾਕਿਸਤਾਨ ਦਾ ਜ਼ਿਆਦਾ ਵਧੀਆ ਮੰਨਦੀਆਂ, ਉਹਦੀ ਕੁਆਲਿਟੀ ਜ਼ਿਆਦਾ ਅੱਛੀ ਹੈ। ਉਹੀ ਜਿਪਸਮ ਸਾਡੇ ਡਾਕਰ ਖੇਤਾਂ ਦੇ ਵਿੱਚ ਜ਼ਿਮੀਂਦਾਰਾਂ ਨੂੰ ਜਾਂਦਾ ਹੈ। ਸੋ ਇਹ ਟ੍ਰੇਡ ਦਾ ਪੋਟੈਂਸ਼ੀਅਲ ਇੰਨਾ ਜ਼ਿਆਦਾ ਹੈ ਕਿ $40 ਬਿਲੀਅਨ ਤਕਰੀਬਨ 1% ਆਫ ਇੰਡੀਅਨ ਇਕਨੋਮੀ ਬਣ ਜਾਂਦਾ ਹੈ। ਕਿਤੇ ਆਪਣੀ ਇਕਨੋਮੀ ਦੇ ਉੱਤੇ 1% ਦਾ ਵਾਧਾ ਹੋਏ, ਤੁਸੀਂ ਸੋਚੋ ਕਿੰਨੇ ਗਰੀਬ ਇਸ ਦੇਸ਼ ਦੇ ਵਿੱਚ ਆ ਰਿਸੈਸ਼ਨ ਤੋਂ ਬਚਣਗੇ, ਕਿੰਨੇ ਬੱਚਿਆਂ ਨੂੰ ਦਵਾਈਆਂ ਮਿਲ ਜਾਣਗੀਆਂ, ਰੋਟੀਆਂ ਮਿਲ ਜਾਣਗੀਆਂ। ਜਿਹੜੇ ਉੱਜੜ ਕੇ ਉਰਿਓਂ ਗਰੀਬ ਗਏ ਹੋਏ ਆ, ਸਾਰੇ ਖੁਸ਼ਹਾਲੀ ਹੋਊਗੀ। ਆ ਲੋਪੋਕੇ ਏਰੀਆ ਦੇ ਵਿੱਚ ਤੁਸੀਂ ਦੇਖਿਆ ਕਿਵੇਂ 3 ਕਰੋੜ ਦੀਆਂ ਜ਼ਮੀਨਾਂ ਹੋ ਗਈਆਂ ਸੀ ਕਿੱਲੇ ਦੀਆਂ ਬਾਰਡਰ ਦੇ ਨੇੜੇ, ਅੱਜ 20-20 ਲੱਖ ਤੇ ਫਿਰਦੀਆਂ। ਸੋ BJP ਨੂੰ ਅਸੀਂ ਕਹਿੰਦੇ ਆ, ਜੇ ਤੁਸੀਂ ਫ੍ਰੀ ਮਾਰਕੀਟ ਇਕਨੋਮੀ 'ਚ ਬਿਲੀਵ ਕਰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਵਪਾਰ ਵਧੇ, ਤੇ ਤੁਸੀਂ ਉਸ ਨੀਅਤ ਨਾਲ ਆਪਣੇ ਕਿਸਾਨੀਅਤ ਦੇ ਬਿੱਲ ਪਾਸ ਕੀਤੇ ਹੈ, ਤਾਂ ਫਿਰ ਤੁਸੀਂ ਉਰੇ ਬਾਰਡਰ ਵੀ ਖੋਲੋ, ਕਿਉਂਕਿ ਇਹਦੇ ਨਾਲ ਖੁਸ਼ਹਾਲਤਾ ਬਹੁਤ ਜ਼ਿਆਦਾ ਵੱਧਦੀ ਹੈ, ਕਿਸਾਨੀਅਤ ਨੂੰ ਫਾਇਦਾ ਹੁੰਦਾ ਹੈ। ਜਿਹੜੇ ਸਾਡੇ ਬਣਾਉਂਦੇ ਆ ਸਟ੍ਰੋ ਬੇਲਰ, ਛੋਟੇ ਛੋਟੇ ਕਾਰਖਾਨੇ ਜਿਹੜੀਆਂ ਮਸ਼ੀਨਾਂ ਖੜੀਆਂ ਕਰਦੇ ਆ, ਅੱਜ ਦੇ ਦਿਨ ਜਿਹੜੀ ਬਾਸਮਤੀ ਉਗਦੀ ਹੈ ਕਿਵੇਂ ਉਰਿਓਂ ਪਾਕਿਸਤਾਨ ਪਹੁੰਚਦੀ ਹੈ। ਜਿਹੜਾ ਮਸ਼ੀਨ ਬਣਾਉਂਦਾ ਡਿਸਅਸੈਂਬਲ ਕਰਕੇ ਪੈਕਿੰਗ ਕਰਕੇ ਬਾਸਮਤੀ ਲੱਦ ਕੇ ਟਰੱਕਾਂ 'ਚ, ਉਹ ਗੁਜਰਾਤ ਦੇ ਟਰੱਕ ਉਰਿਓਂ ਲੈ ਕੇ ਜਾਂਦੇ ਆ, ਗੁਜਰਾਤੀ ਉਹਦੀ ਕਮਾਈ ਕਰਦੇ ਆ। ਉੱਥੇ ਗੋਦਾਨਾਂ 'ਚ ਰੱਖਿਆ ਜਾਂਦਾ, ਉਹਦਾ ਰੈਂਟ ਕਿਹਨੂੰ ਮਿਲਦਾ? ਗੁਜਰਾਤੀਆਂ ਨੂੰ। ਉੱਥੋਂ ਫਿਰ ਕਿਸ਼ਤੀਆਂ 'ਚ ਲਦਾਈ ਹੁੰਦੀ ਹੈ, ਕਿਹੜੀ ਲੇਬਰ ਲੱਗਦੀ ਹੈ? ਗੁਜਰਾਤੀ। ਉੱਥੋਂ ਫਿਰ ਜਾ ਕੇ ਕਿਸ਼ਤੀ ਦੇ ਜਹਾਜ਼ ਸਮੁੰਦਰ ਦੇ ਜਿਹੜੇ ਉੱਥੇ ਹੈਗੇ ਆ, ਉਹ ਕੌਣ ਕਿਹਦੇ ਹੈਗੇ? ਗੁਜਰਾਤੀਆਂ ਦੇ। ਜਾਂਦਾ ਦੁਬਈ ਦੇ ਵਿੱਚ, ਦੁਬਈ 'ਚ ਕਿਹਦੀਆਂ ਕੰਪਨੀਆਂ ਖੋਲੀਆਂ? ਨਿਰਮ ਮੋਦੀ ਵਰਗੇ ਗੁਜਰਾਤੀਆਂ ਦੀਆਂ। ਉੱਥੇ ਇੰਪੋਰਟ ਕਰਕੇ ਦੁਬਈ ਨੂੰ ਫਾਇਦਾ ਹੁੰਦਾ ਹੈਗਾ। ਉੱਥੋਂ ਫਿਰ ਮਾਲ ਚੱਕ ਕੇ ਚਾਹੇ ਈਰਾਨ, ਅਫਗਾਨਿਸਤਾਨ, ਤਜਿਕਿਸਤਾਨ ਤੇ ਹਾਂ ਪਾਕਿਸਤਾਨ। ਸੋ ਜਿਹੜੀ ਇਸ ਕਾਰਖਾਨੇ 'ਚ ਤੁਹਾਡੀ ਬਣੀ ਮਸ਼ੀਨ ਆ 50 ਕਿਲੋਮੀਟਰ ਉਧਰ ਖੇਤ 'ਚ ਕੰਮ ਕਰਦੀ ਹੈ, ਉਹਨੂੰ ਗੇੜ ਕੱਢਣਾ ਪੈਂਦਾ ਇੱਥੋਂ ਗੁਜਰਾਤ, ਦੁਬਈ, ਫਿਰ ਕਰਾਚੀ, ਫਿਰ ਇੱਧਰ। ਤਾਂ ਮੈਨੂੰ ਦੱਸੋ ਭਲੇ ਮਾਨਸੋ, ਜੇ ਤੁਸੀਂ ਇਹ ਟ੍ਰੇਡ ਵਧਾਉਣਾ ਚਾਹੁੰਦੇ ਹੋ, ਤੁਸੀਂ ਇਹ ਬਾਰਡਰ ਕਿਉਂ ਨਹੀਂ ਖੋਲ੍ਹਦੇ? ਘੱਟ ਗਿਣਤੀਆਂ ਨੂੰ ਮੁਚਲ ਕੇ ਉਹਨਾਂ ਦੇ ਮੈਜੋਰਿਟੀ ਸਟੇਟ ਖਤਮ ਕਰਕੇ, ਆਰਟੀਕਲ 370 ਖਤਮ ਕਰਕੇ ਤੁਸੀਂ ਲੜਾਈਆਂ ਪਾਉਂਦੇ ਹੋ, ਜਿਹਦੇ ਵਿੱਚ ਸਾਡੇ ਬਾਰਡਰ ਲੜਾਈ ਦੀ ਨਾਂ ਸੁਣ ਕੇ ਪਿੱਛੇ ਨੂੰ ਭੱਜਦੀ ਹੈ ਸਾਰੀ ਸੰਗਤ। ਸਾਡੇ ਨੁਕਸਾਨ ਹੁੰਦੇ ਆ, ਬੱਚਿਆਂ ਦੇ ਕਿੱਤੇ, ਪੜ੍ਹਾਈ ਦੇ, ਬੀਬੀਆਂ ਦੇ ਚੁੱਲ੍ਹੇ, ਸਾਡੇ ਵੀਰਾਂ ਦੇ ਖੇਤ ਸਾਰੇ ਤਬਾਹ ਹੋ ਜਾਂਦੇ ਆ ਜਦ ਤੁਸੀਂ ਲੜਾਈ ਦਾ ਨਾਂ ਲੈਂਦੇ ਹੋ। ਵੋਟ ਬੈਂਕ ਦੀ ਪੋਲਿਟਿਕਸ ਖੇਡ ਰਹੇ ਹੋ। ਪਰ ਮੈਨੂੰ ਦੱਸੋ, ਜਦ ਹੋਂਦ ਚਿੱਲੜ ਦੇ ਵਿੱਚ ਸਾਡੇ ਸਿੱਖ ਮਾਰੇ, ਦਿੱਲੀ 'ਚ ਕਤਲੇਆਮ ਕੀਤਾ, ਚਿਤੀ ਸਿੰਘਪੁਰਾ ਕਸ਼ਮੀਰ ਦੇ ਵਿੱਚ ਮੈਡਲਿਨ ਆਲਬਰਾਈਟ ਕਹਿੰਦੀ ਹੈ ਇੰਡੀਅਨ ਇੰਟੈਲੀਜੈਂਸ ਨੇ ਸਿੱਖ ਮਾਰੇ। ਕਦੀ ਕਿਸੇ ਸਿੱਖ ਨੇ ਕਿਹਾ ਕਿ ਅਸੀਂ ਆਪਣੇ ਹਿੰਦੂ ਭਰਾਵਾਂ ਦੇ ਨਾਲ ਕੋਈ ਕੰਮ ਨਹੀਂ ਕਰਨਾ? ਕਦੀ ਵਖਰੇਵਾਂ ਦਿਖਾਇਆ? ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਸਿੱਖੋ। ਜਦ ਉਹਨਾਂ ਨੇ ਜੰਗਾਂ ਲੜੀਆਂ, ਹਰਗੋਬਿੰਦਪੁਰ ਜਿੱਥੇ ਮਸੀਹਤ ਮੁਸਲਮਾਨਾਂ ਦੀ ਸੀ, ਉਦੋਂ ਉਹਨਾਂ ਦੇ ਪਿਤਾ ਦਾ ਕਤਲੇਆਮ ਹੋਇਆ ਸੀਗਾ, ਕਤਲ ਹੋਇਆ ਸੀਗਾ। ਸਾਡੇ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਤਸ਼ੱਦਦ ਮਾਰਿਆ ਗਿਆ ਸੀ, ਪਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ
ਕਿ ਅਸੀਂ ਕਿਸੇ ਦੀ ਧਾਰਮਿਕ ਚਿੰਨ੍ਹ ਨਹੀਂ ਖਤਮ ਕਰਨੀ ਹੈਗੀ। ਅੱਜ ਜਾ ਕੇ ਮਸਜਿਦ ਢਾਤਾ ਉਹਨਾਂ ਦਾ, ਜਾ ਕੇ ਭਾਰਤ ਸਰਕਾਰ ਨੇ, ਸੁਪਰੀਮ ਕੋਰਟ ਨੇ। ਸਾਡਾ ਹੱਥ ਜੋੜ ਕੇ ਬੇਨਤੀ ਹੈ, ਸੈਂਟਰ ਸਰਕਾਰ ਬੀਜੇਪੀ, ਤੁਸੀਂ ਸਾਡੀਆਂ ਰੇਲਾਂ ਰੋਕਤੀਆਂ, ਜਿਵੇਂ ਜੰਮੂ 'ਚ ਕਸ਼ਮੀਰ 'ਚ ਤੁਸੀਂ ਪਿਛਲੇ ਸਮੇਂ ਜਾ ਕੇ ਟੋਟਲ ਬੈਨ ਕਰਤਾ ਸੀ ਗੁੱਡਸ ਦਾ, ਰੇਲਾਂ ਸਾਡੀਆਂ ਰੋਕਤੀਆਂ। ਸਾਡੇ ਉੱਤੇ ਆਰਥਿਕਤਾ ਦੇ ਬਹੁਤ ਬੋਝ ਪਾ ਰਹੇ ਹੋ, ਸਾਨੂੰ ਮਾਰ ਰਹੇ ਹੋ, ਕੁਚਲ ਰਹੇ ਹੋ। ਆਹ ਬਾਰਡਰ ਖੋਲ ਕੇ ਕਦੀ ਤਾਂ ਤੁਸੀਂ ਖੁਸ਼ਹਾਲੀ ਦੀ ਗੱਲ ਕਰੋ। ਤੁਸੀਂ ਆਪਣੀ ਡੀਮੋਨੇਟਾਈਜੇਸ਼ਨ ਕਰਤੀ, ਤੁਸੀਂ ਸਾਡੇ ਪੈਸੇ ਘਰਾਂ 'ਚੋਂ ਬੀਬੀਆਂ ਦੇ ਤਕੀਆਂ ਖੇਸਾਂ ਥੱਲੋਂ ਤੁਸੀਂ ਕੱਢ ਲਏ, ਔਰ ਇੰਨੀ ਤਕਲੀਫ ਹੋਈ, ਇਕਨੋਮੀ ਇੰਨੀ ਕੰਟਰੈਕਟ ਹੋਈ। ਕੁਛ ਤਾਂ ਭਲਾ ਸੋਚੋ। ਤੇ ਅਸੀਂ ਕਹਿੰਦੇ ਹਾਂ ਕਿ ਵਾਹਗਾ ਦੇ ਵਿੱਚ ਅਸੀਂ 19 ਦਸੰਬਰ ਨੂੰ ਵਾਹਗਾ ਦੀ ਬਾਰਡਰ ਦੇ ਉੱਤੇ ਅਸੀਂ ਰੈਲੀ ਧਰਨੀ ਹੈ, ਜਿਹਦੇ ਵਿੱਚ ਅਸੀਂ ਬਾਰਡਰ ਖੋਲ੍ਹਣ ਦਾ, ਕਿਸਾਨ ਨੂੰ ਖੁਸ਼ਹਾਲ ਕਰਨ ਦਾ, ਉੱਥੇ ਅਸੀਂ ਆਪਣਾ ਰੈਲੀ ਦਾ ਚਿੰਨ੍ਹ ਬਣਾਉਣਾ ਹੈ। ਅਸੀਂ ਸਪਸ਼ਟ ਕਰਦੇ ਹਾਂ, ਅੱਜ ਹਰੇਕ ਵਪਾਰ ਮੰਡਲ ਨੂੰ, ਹਰੇਕ ਧਰਮ ਨੂੰ, ਹਰੇਕ ਖੁੱਲ੍ਹਾ ਸੱਦਾ ਹੈ। ਉੱਥੇ ਆ ਕੇ ਅਸੀਂ ਸਿਆਣੀਆਂ ਵਾਧੇ ਦੀਆਂ ਗੱਲਾਂ ਕਰਨੀਆਂ, ਉੱਥੇ ਅਸੀਂ ਖੁਸ਼ਹਾਲਤਾ ਦੀ ਗੱਲ ਕਰਨੀ ਹੈ, ਗਰੀਬਾਂ ਨੂੰ ਉੱਥੇ ਵਾਧੇ ਦੀ ਗੱਲ ਕਰਨੀ ਹੈ, ਕਿਸਾਨਾਂ ਦੇ ਫਾਇਦੇ ਦੀ ਗੱਲ ਕਰਨੀ ਹੈ, ਸਾਡੇ ਵਪਾਰੀਆਂ ਦੇ ਫਾਇਦੇ ਦੀ ਗੱਲ ਕਰਨੀ ਹੈ। ਸੋ ਇਹ ਸਾਡਾ ਅਗਲਾ ਪ੍ਰੋਗਰਾਮ ਦਸੰਬਰ 'ਚ ਵਾਹਗਾ ਬਾਰਡਰ ਦੇ ਉੱਤੇ ਅਸੀਂ ਰੱਖਿਆ ਹੈਗਾ। ਸੋ ਇਹ ਸਾਡੇ ਅੱਜ ਦੇ ਮੁੱਦੇ ਹੈ, ਜਿਸ ਵਿੱਚ ਪ੍ਰਮੁੱਖ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਵੇਰਵਾ, ਜਿਹਦੇ ਲਈ ਅਸੀਂ ਕੰਮ ਕਰ ਰਹੇ ਹਾਂ, ਹੋਰ ਡਟ ਕੇ ਕਰਾਂਗੇ। ਅਸੀਂ ਬੇਨਤੀ ਕਰਦੇ ਹਾਂ ਹਰੇਕ ਨੂੰ ਸਾਈਨ ਕਰੇ, ਗੁਰੂ ਸਾਹਿਬ ਦਾ ਵੇਰਵਾ ਲਈਏ। ਅਸੀਂ ਸਰਕਾਰ ਨੂੰ, ਦੋਨੋਂ ਸੈਂਟਰ ਦੀ ਸਟੇਟ ਨੂੰ ਪੁੱਛਦੇ ਹਾਂ ਕਿ ਤੁਸੀਂ ਗੁਰਸਿੱਖੀ ਦਾ ਫਾਇਦਾ ਤਾਂ ਲੈ ਲੈਂਦੇ ਹੋ, ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਬਣਾ ਲਿਆ, ਗੁਟਕਿਆਂ ਤੇ ਸੋਹਾਂ ਚੱਕ ਲੀਆਂ, ਪਰ ਜਦ 328 ਸਰੂਪ ਸਾਨੂੰ ਪਤਾ ਹੀ ਨਹੀਂ ਕਿੱਥੇ ਹੈ, ਉਦੋਂ ਤੁਹਾਡੀ ਪੁਲਿਸ ਗੂੰਗੀ ਬੋਲੀ ਬੈਠੀ ਹੈ, ਉਦੋਂ ਪੜਤਾਲ ਨਹੀਂ ਹੋ ਸਕਦੀ, ਸਾਨੂੰ ਪਤਾ ਹੀ ਨਹੀਂ ਲੱਗ ਸਕਦਾ ਕਿੱਥੇ ਹੈ। ਔਰ ਅਖੀਰ 'ਚ ਅਸੀਂ ਇਹ ਕਹਿੰਦੇ ਹਾਂ ਕਿ ਸਾਡਾ ਬਾਰਡਰ ਖੋਲ੍ਹੋ। ਪੰਜਾਬ ਅੱਜ ਢਾਈਆਬ ਰਹਿ ਗਿਆ, ਅੱਧਾ ਉੱਧਰ ਅੱਧਾ ਇੱਧਰ। ਸਾਨੂੰ ਜੋੜ ਕੇ ਇੱਕ ਮਨੁੱਖਤਾ ਅਧੀਨ ਸਟੈਪ ਚੈੱਕ ਕਰੋ, ਇਹਦੇ ਨਾਲ ਪੀਸ ਵੱਧਦੀ ਹੈ। ਵੀ ਡੋਂਟ ਵਾਂਟ ਵਾਰ, ਨੋ ਵਾਰ। ਸਾਨੂੰ ਨਿਊਕਲੀਅਰ ਆਰਮਮੈਂਟ ਤੋਂ ਬਹੁਤ ਡਰ ਲੱਗਦਾ, ਸਾਡੀ ਸਾਰੀ ਕੌਮ ਦੀ ਤਬਾਹੀ ਹੋ ਜਾਣੀ ਹੈ। ਇਹ ਜੰਗਾਂ ਤੇ ਲੜਾਈਆਂ ਬੰਦ ਕਰੋ, ਅਮਨ ਤੇ ਸ਼ਾਂਤ ਤੇ ਵਪਾਰ ਦੇ ਸੰਬੰਧ ਬਣਾਓ। ਸਰ, ਤੁਹਾਨੂੰ ਲੱਗਦਾ ਵੀ ਜਿਹੜੀ ਸਰਕਾਰ 1984 ਦੇ ਜਿਹੜੇ ਜੈਨੋਸਾਈਡ ਦੇ ਜਿਹੜਾ ਇਨਸਾਫ ਨਹੀਂ ਦੇ ਸਕੀ, ਕੋਟਕਪੂਰਾ ਕਾਂਡ ਨਹੀਂ ਦੇ ਸਕੀ, ਬਰਗਾੜੀ ਦਾ ਨਹੀਂ ਦੇ ਸਕੀ, ਉਹ 328 ਸਰੂਪਾਂ ਦਾ ਸ਼੍ਰੋਮਣੀ ਕਮੇਟੀ ਦੇ ਬਾਅਦ ਜਿਹੜਾ ਇਨਸਾਫ ਦੇਵੇਗੀ? ਸਾਡੀ ਪਾਰਟੀ ਨੇ ਅਮਨ ਪਸੰਦ ਤਰੀਕਾ, ਕਾਨੂੰਨ ਪਸੰਦ ਤਰੀਕਾ ਅਪਣਾਇਆ ਤੇ ਅਸੀਂ ਦ੍ਰਿੜਤਾ ਨਾਲ ਉਹਦੇ ਉੱਤੇ ਤੁਰਾਂਗੇ। ਸਾਡੀ ਆਸ ਇਹੀ ਹੈ ਕਿ ਗੁਰੂ ਸਾਹਿਬ ਹਰੇਕ ਦੇ ਵਿੱਚ ਕੋਈ ਨਾ ਕੋਈ ਸੁਰਤ ਪਾ ਸਕਦਾ ਹੈ। ਕਿਸੇ ਨਾ ਕਿਸੇ ਦਿਨ ਇਹਨਾਂ ਤੇ ਇਹ ਚਾਨਣਾ ਗੁਰੂ ਸਾਹਿਬ ਮਿਹਰ ਕਰਨਗੇ, ਪਰ ਅਸੀਂ ਇਸ ਰਾਹ ਤੇ ਅਟਲ ਹਮੇਸ਼ਾ ਤੁਰਦੇ ਰਵਾਂਗੇ। ਅੰਮ੍ਰਿਤਸਰ ਅਕਾਲੀ ਦਲ ਵੱਲੋਂ ਤੇ ਹੋਰ ਜਥੇਬੰਦੀਆਂ ਨੇ ਜਦੋਂ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਜਿਹੜਾ ਸਮਾਗਮ ਕੀਤਾ ਗਿਆ ਸੀ, ਉਦੋਂ ਇੱਕ ਗੱਲ ਤੁਹਾਡੇ ਵੱਲੋਂ ਕਹੀ ਗਈ ਸੀ ਵੀ ਅਸੀਂ ਥਾਣੇ ਦੇ ਵਿੱਚ ਜਿਹੜੇ FIR ਦੇ ਨਾਲ ਥਾਣੇ ਜਿਹੜਾ ਭਰ ਦੇਵਾਂਗੇ, ਤੇ ਇਹ ਸਾਰੇ ਸ਼ਹਿਰਾਂ ਦੇ ਥਾਣਿਆਂ ਦੇ ਵਿੱਚ ਇਹ ਦਿੱਤੀਆਂ ਜਾਣਗੀਆਂ। ਇਹ ਹੁਣ ਅਸੀਂ ਉਹਦੀ ਸਿਗਨੇਚਰ ਕੈਂਪੇਨ ਤੋਰਤੀ ਹੈਗੀ ਹੈ। 50,000 ਅਸੀਂ ਸਾਈਨ ਕਰਾ ਲਏ ਹੈਗੇ ਆ। ਅਸੀਂ ਚਾਹੁੰਦੇ ਹਾਂ ਕਿ ਗੁਰੂ ਸਾਹਿਬ, ਜੇ 2.5 ਕਰੋੜ ਦੀ ਆਬਾਦੀ ਹੈ, ਘੱਟੋ ਘੱਟ ਅਸੀਂ ਓਨੀ ਮਾਤਰਾ ਤੇ ਜਾਈਏ ਤਾਂ ਕਿ ਗੂੰਗੇ ਬੋਲੇ ਵੀ ਜਾਗ ਉੱਠਣ, ਸੁਣ ਲੈਣ ਇਹ ਗੱਲਾਂ। ਸੋ ਅਸੀਂ ਇਹਨੂੰ ਹਜੇ ਵਧਾ ਕੇ ਇਸ ਕੰਮ ਨੂੰ ਅਸੀਂ ਜਿਵੇਂ ਵਾਅਦਾ ਕੀਤਾ ਸੀ ਉਸ ਤੇ ਹੀ ਲੱਗੇ, ਉਸੇ ਮਾਰਗ ਤੇ ਲੱਗੇ ਆ। ਮਾਸਟਰ ਐਜੀਪੀਸੀ ਦੇ ਨੁਮਾਇੰਦੇ ਕਹਿੰਦੇ ਕਿ ਅਸੀਂ ਕਿਸੇ ਉਧਰ ਲੈ ਕੇ ਨਹੀਂ ਜਾਣਾ, 328 ਰੁਪਏ ਦਾ ਮਸਲਾ ਅਸੀਂ ਆਪੇ ਹੀ ਹੱਲ ਕਰਾਂਗੇ। ਜਦੋਂ ਤੋਂ ਫਿਰ ਕਰ ਦੋ ਵੈਲਕਮ, ਕਰ ਦੋ। ਢੰਗ ਹੋਣਾ ਚਾਹੀਦਾ ਜੀ। ਸਾਨੂੰ ਦੱਸੋ ਪਹਿਲਾਂ ਹੈ ਕਿੱਥੇ, ਠੀਕ ਹੈ ਨਾ ਜੀ। ਉਹਦੇ ਬਾਅਦ ਸਜ਼ਾ ਜੋ ਬਣਦੀ ਹੈ ਉਹ ਕਰ ਦੋ, ਠੀਕ ਹੈ ਨਾ ਜੀ। ਤੇ ਜੇ SGPC ਇਹੋ ਜੀ ਸਜ਼ਾ ਸਾਨੂੰ ਦੱਸ ਦੇ ਕਿਹੜੀ ਲਾਇਕ ਹੈ, ਅਸੀਂ ਉਹਨਾਂ ਨੂੰ ਮਨਜ਼ੂਰੀ ਦੇ ਦਿੰਦੇ ਹਾਂ ਜੀ ਕਿ ਤੁਸੀਂ ਠੀਕ ਹੋ। ਪਰ ਜਿੰਨੀ ਦੇਰ ਉਹ ਨਾ ਸਾਨੂੰ ਵੇਰਵਾ ਦਿੰਦੀ ਹੈ, ਨਾ ਸਾਨੂੰ ਦੱਸਦੀ ਹੈ ਕਿਹੜੀ ਸਜ਼ਾ ਉਹਨਾਂ ਤੇ ਲਾਣੀ ਹੈ, ਉਨੀ ਦੇਰ ਤਾਂ ਉਹਨਾਂ ਦੀਆਂ ਗੱਲਾਂ ਹੈ ਜੀ। ਪਰ ਨਾ ਤਾਂ ਸਜ਼ਾ ਦੀ ਗੱਲ ਕਰਦੇ ਆ, ਉਹ ਕਹਿੰਦੇ ਕਿ ਸਜ਼ਾ ਵੀ ਸਾਡੇ ਨੂੰ ਤਾਂ ਹੀ ਅਸੀਂ ਹੋਰ ਦੁਆਰ ਚੱਲੇ ਹਾਂ ਜੀ, ਤਾਂ ਹੀ ਹੋਰ ਦੁਆਰ ਚੱਲੇ ਹਾਂ। ਕਮਾਲ ਸਾਹਿਬ ਤੁਸੀਂ ਕਿਹਾ ਸੀ ਵੀ ਆਪਣੀ ਵੀ ਇੱਕ ਕਮੇਟੀ ਬਣਾਈ ਸੀ,
ਉਹਨੇ ਕੋਈ ਫਾਈਂਡਿੰਗ ਕੀਤੀ ਆ? ਉਹਦੇ ਵਿੱਚ ਕੀ ਆਇਆ, ਕੋਈ ਕਿੱਥੇ ਉਹਦੇ ਬਾਰੇ ਅਸੀਂ ਕੇਸ ਅਗਲੇ ਕੁਝ ਦਿਨਾਂ ਦੇ ਵਿੱਚ ਪਾਉਣ ਨੂੰ ਜਾ ਰਹੇ ਹੈਗੇ ਉਹ ਕਮੇਟੀ ਜਿਹੜੀ ਬਣਾਈ ਸੀ ਉਹ ਕਰ ਰਹੀ ਹੈ ਕੰਮ ਜੀ? ਜਾਂ ਵੈਸੇ ਓਪਨ ਕਰੋਗੇ? ਉਹ ਤਾਂ ਹੋਈ ਜਾਣੇ ਓਪਨ, ਕੋਰਟ 'ਚ ਜਾਵਾਂਗੇ ਜੀ। ਹਾਂਜੀ। ਕਿਸਾਨਾਂ ਸੰਬੰਧੀ ਜਿਹੜੇ ਆਰਟੀਕਲ ਸੀ ਸੈਂਟਰ ਨੇ ਜਬਰੀ ਜਿਹੜੇ ਨੇ ਉਹ ਪਾਸ ਕਰ ਦਿੱਤੇ ਨੇ, ਤੇ ਜਿਹੜੀ ਪੰਜਾਬ ਸਰਕਾਰ ਹੈ ਉਹਨੇ ਵੀ ਕਿਸਮ ਦੀ ਗੋਗਲੋਂ ਤੋਂ ਮਿੱਟੀ ਝਾੜੀ ਆ, ਅੱਥਰੂ ਭਜਾਉਣ ਵਾਲੀ ਗੱਲ ਕੀਤੀ। ਉਹ ਨਹੀਂ ਹੈ ਕਿ ਲੱਗਦਾ ਨਹੀਂ ਹੈ ਵੀ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਚਲਾ ਜਾਏਗਾ, ਸਰਕਾਰ ਦੇ ਹੱਥ ਕੁਝ ਨਹੀਂ ਰਹੇਗਾ। ਇਹ ਗੱਲ ਤੁਹਾਡੀ ਸੱਚੀ ਹੈ ਜੀ। ਜਿਹੜਾ ਪੁਰਾਣਾ ਮਾਡਲ ਨਹਿਰੂ ਸੋਸ਼ਲਿਜ਼ਮ ਰਾਹੀਂ ਸੀਗਾ, ਉਹਦੇ ਵਿੱਚ ਮੀਨਸ ਆਫ ਪ੍ਰੋਡਕਸ਼ਨ ਐਜ਼ ਪਰ ਮਾਰਕਸਿਸਟ ਥਿਓਰੀ ਸਟੇਟ ਦੇ ਹੁੰਦੇ ਸੀਗੇ, ਕਿਉਂਕਿ ਕਮਿਊਨਿਜ਼ਮ ਇਹ ਕਹਿੰਦਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਦੀ ਕਿਰਤ ਕਮਾਈ ਦੀ ਫਲਸਫਾ, ਜਿਹਦੇ ਵਿੱਚ ਮਾਰਕਸ ਨੇ ਕਿਹਾ ਸੀਗਾ ਯੂਸ ਵੈਲਿਊ, ਜਿਹੜੀ ਯੂਸ ਵੈਲਿਊ ਹੁੰਦੀ ਹੈ ਕਿ ਜਿਹੜੀ ਚੀਜ਼ ਬਣਦੀ ਹੈ, ਉਤਪਾਦ ਹੁੰਦਾ ਹੈ ਆਮ ਸਧਾਰਨ ਕੰਮਕਾਜ 'ਚ ਹੱਥਾਂ ਪੈਰਾਂ ਤੋਂ ਜਿਹੜਾ ਤੁਹਾਡੇ ਨਿਗਾਹ 'ਚ ਹੁੰਦਾ ਹੈ, ਜਿਹਨੂੰ ਤੁਸੀਂ ਐਕਸਚੇਂਜ ਕਰਦੇ ਹੋ, ਉਹਨੂੰ ਯੂਸ ਵੈਲਿਊ ਕਿਹਾ ਸੀ। ਉਹ ਸੋਚ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਕਿਰਤ ਕਮਾਈ ਦੀ ਸਾਨੂੰ ਦਿੱਤੀ ਹੋਈ ਸੀ, ਉਹਦੇ ਉੱਤੇ ਫਿਰ ਇਹਨੇ ਐਕਸਚੇਂਜ ਵੈਲਿਊ ਬਣਾਈ ਸੀ, ਜਿਸ ਤੋਂ ਇਹਨੇ ਐਕਸਪਲੋਇਟੇਸ਼ਨ ਜਿਹੜੀ ਹੁੰਦੀ ਹੈ ਮੈਸੇਜ ਦੀ, ਉਹ ਲੇਬਰ ਦੀ ਹੁੰਦੀ ਹੈ, ਉਸ ਤੋਂ ਥਿਓਰੀ ਇਹਨੇ ਮਾਰਕਸਿਜ਼ਮ ਦੀ ਥਿਓਰੀ, ਕਮਿਊਨਿਜ਼ਮ ਦੀ ਥਿਓਰੀ ਤਿਆਰ ਕੀਤੀ ਸੀਗੀ। ਉਸ ਅਧੀਨ ਇਹਦਾ ਸੋਲਿਊਸ਼ਨ ਸੀ ਕਿ ਮੀਨਸ ਆਫ ਪ੍ਰੋਡਕਸ਼ਨ ਜਿਹੜੇ ਹੈਗੇ ਆ ਵਿਲ ਬੀ ਓਨਡ ਬਾਏ ਦ ਸਟੇਟ। ਉਹ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਸਟੇਟ ਦੇ ਮੁਖੀ ਬਣ ਗਏ, ਉਹਨਾਂ ਦੇ ਪਰਿਵਾਰ, ਜਿਵੇਂ ਚਾਈਨਾ ਦੇ ਵਿੱਚ ਅਸੀਂ ਦੇਖਦੇ ਹਾਂ ਉੱਚ ਅਹੁਦੇਦਾਰ, ਅਫਸਰਸ਼ਾਹੀ, ਉਹ ਸਾਰਾ ਕੁਝ ਬਾਬੂਡਮ ਜਿਹੜੇ ਲਾਇਸੈਂਸ ਦਿੰਦੇ ਸੀ, ਉਹ ਰਾਜ ਕਰਦੇ ਸੀ। ਉਹਦੇ ਵਿੱਚ ਜਿਹੜੀ ਕਰਪਸ਼ਨ ਤੇ ਉਹਦੇ ਵਿੱਚ ਜਿਹੜੀ ਲੁੱਟ ਹੋਈ ਹੈ, ਜਿਹਨੂੰ ਆਪਾਂ ਕ੍ਰੀਮੀ ਲੇਅਰ ਇੱਕ ਵਾਰੀ ਕਹਿ ਦਿੰਦੇ ਹਾਂ ਜਦ ਅਸੀਂ ਹੋਰ ਕਿਸੇ ਗੱਲ ਦੀ ਗੱਲ ਕਰਦੇ ਹਾਂ, ਉਹਨੇ ਤਬਾਹੀ ਮਚਾਤੀ ਤੇ ਕੈਪੀਟਲਿਜ਼ਮ ਅਮਰੀਕਾ ਦੇ ਅਧੀਨ ਅੱਗੇ ਵੱਧ ਗਈ। ਸੋ ਅੱਜ ਬੀਜੇਪੀ ਉਸ ਦੀ ਨਕਲ ਕਰ ਰਹੀ ਹੈ, ਜਿਵੇਂ ਨਹਿਰੂ ਨੇ ਸੋਸ਼ਲਿਜ਼ਮ, ਫੇਬੀਅਮ ਸੋਸ਼ਲਿਜ਼ਮ ਦੀ ਕੀਤੀ ਸੀ। ਬੀਜੇਪੀ ਹੁਣ ਐਂਟਰਪ੍ਰੀਨਿਓਰੀਅਲ ਕੈਪੀਟਲਿਜ਼ਮ ਦੇ ਪਿੱਛੇ ਨਕਲ ਕਰ ਰਹੀ ਹੈ, ਪਰ ਅਸੀਂ ਸਮਝਦੇ ਹਾਂ ਕਿ ਜੇ ਆਪਾਂ ਗੁਰੂਆਂ ਦੀਆਂ ਲੀਹਾਂ ਤੇ ਚੱਲੀਏ ਉਹ ਸਭ ਤੋਂ ਵਧੀਆ ਹੈ। ਸੋ ਇਹ ਜਿਹੜਾ ਨਵਾਂ ਸਿਸਟਮ ਬੀਜੇਪੀ ਖੜਾ ਕਰਨਾ ਚਾਹੁੰਦੀ ਹੈ, ਉਹਦੇ ਵਿੱਚ ਉਹਦੀ ਲੌਜਿਕ ਡਿਕਟੇਟ ਕਰਦੀ ਹੈ ਕਿ ਕੈਪੀਟਲਿਜ਼ਮ ਨੂੰ ਟ੍ਰੇਡ ਸਭ ਤੋਂ ਜ਼ਿਆਦਾ ਵੱਧ ਚਾਹੀਦਾ ਹੁੰਦਾ। ਐਡਮ ਸਮਿਥ ਦਾ ਕਹਿਣਾ ਹੈ ਕਿ ਟ੍ਰੇਡ ਨਾਲ, ਐਕਸਚੇਂਜ ਨਾਲ ਸਭ ਤੋਂ ਜ਼ਿਆਦਾ ਵਾਧਾ ਹੁੰਦਾ ਹੈਗਾ। ਫਿਰ ਜੇ ਉਹ ਲੌਜਿਕ ਚੱਲਦੀ ਹੈ, ਉਹਦੇ ਅਧੀਨ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ ਸੀ, ਜਿਹਦੇ ਵਿੱਚ ਬੈਰੀਅਰਸ ਟੂ ਐਂਟਰੀ ਖਤਮ ਕੀਤੇ ਸੀ, ਆ ਟੈਕਸ ਤੇ ਇੱਕ ਦੂਜੇ ਦੀਆਂ ਚੀਜ਼ਾਂ ਦੇ ਉੱਤੇ ਰੋਕ ਜਿਹੜੀ ਲੱਗੀ ਸੀ, ਉਹਨੂੰ ਭੰਗ ਕਰਨ ਵਾਸਤੇ ਖੜਾ ਕੀਤਾ ਗਿਆ ਸੀ। WTO ਦੇ ਸਿਗਨੇਟਰੀ ਪਾਕਿਸਤਾਨ ਤੇ ਇੰਡੀਆ ਦੋਨੋਂ ਹੈਗੇ, ਔਰ ਇਹਨਾਂ ਨੂੰ ਇੱਕ ਦੂਜੇ ਨੂੰ ਮੋਸਟ ਫੇਵਰਡ ਨੇਸ਼ਨ ਦੇਣਾ ਚਾਹੀਦਾ ਹੈ। ਤੇ ਜਿਹੜੇ ਅੰਕੜੇ ਮੈਂ ਤੁਹਾਨੂੰ ਦੱਸੇ ਹੈ ਕਿ ਇਹਦੀ ਖੁਸ਼ਹਾਲਤਾ ਪੰਜਾਬ ਦੇ ਵਿੱਚ ਇੰਨੀ ਵੱਧ ਹੋਣੀ ਚਾਹੀਦੀ ਹੈ ਕਿ ਇਹਦੇ ਨਾਲ ਕਿਸਾਨਾਂ ਦਾ, ਲੇਬਰ ਦਾ, ਜਿਹੜੇ ਦੁਕਾਨਦਾਰ ਹੈ, ਤੁਸੀਂ ਲੁਪੋ ਕੇ ਜਾ ਕੇ ਦੇਖੋ, ਵਾਘੇ ਦੇ ਨੇੜੇ ਤੇੜੇ ਦੁਕਾਨਾਂ ਇੱਕ ਸਮੇਂ ਤੇ ਭਰੀਆਂ ਹੁੰਦੀਆਂ ਸੀ, ਹੁਣ ਖਾਲੀ ਪਈਆਂ ਕਿਉਂਕਿ ਉੱਥੇ ਟੈਕਸ ਲਾਤੇ। ਇਹ ਵਾਧੇ ਉਸ ਰੂਪ 'ਚ ਸਾਨੂੰ ਆਉਣੇ ਚਾਹੀਦੇ ਆ। ਸੋ ਬੀਜੇਪੀ ਦੀ ਦੋਗਲੀ ਨੀਤ ਹੈ, ਇੱਕ ਪਾਸੇ ਪੰਜਾਬ ਨੂੰ ਘੇਰਾ ਪਾ ਕੇ ਸਾਰਾ ਕੁਝ ਗੁਜਰਾਤ ਰਾਹੀਂ ਬਾਹਰ ਕੱਢਣਾ ਚਾਹੁੰਦੀ ਹੈ, ਉੱਥੇ ਦੇ ਮੋਦੀਆਂ, ਅਦਾਨੀਆਂ ਆਦਿ ਜਿਹੜੇ ਉਹਨਾਂ ਦੇ ਬਿਗ ਬਿਜ਼ਨਸ ਹੈ, ਉਹਨੂੰ ਪੰਜਾਬ ਸੌਂਪਣਾ ਚਾਹੁੰਦੀ ਹੈ। ਪਰ ਅਸੀਂ ਖੁਸ਼ਹਾਲਤਾ ਵਾਸਤੇ ਕਹਿੰਦੇ ਆ ਕਿ ਬਾਰਡਰ ਖੋਲ੍ਹੋ, ਔਰ ਅਸੀਂ ਕਿਉਂ ਗੁਜਰਾਤੀਆਂ ਨੂੰ ਧਨ ਆਪਣਾ ਦੇ ਕੇ, ਜਦ ਕਿ ਇੱਥੇ 50 ਕਿਲੋਮੀਟਰ ਦੂਰ ਉਹੀ ਚੀਜ਼ ਅਸੀਂ ਆਪ ਵੇਚ ਸਕਦੇ ਹਾਂ। ਸਾਨੂੰ ਇਹ ਮੌਕਾ ਦੇਣਾ ਚਾਹੀਦਾ। ਉਹਦੇ ਨਾਲ ਸਾਡੇ ਜਿਹੜੇ ਸੰਬੰਧ ਹੈ ਗੁਆਂਢੀ ਦੇ ਨਾਲ ਵਧੀਆ ਬਣਦੇ ਹੈ, ਆਣ ਜਾਣ ਹੁੰਦੀ ਹੈ, ਇੱਕ ਦੂਜੇ ਦੀ ਗੱਲ ਵੱਧਦੀ ਹੈ, ਟ੍ਰੇਡ ਵੱਧਦਾ ਹੈ, ਰਿਲੇਸ਼ਨਸ਼ਿਪ ਵੱਧਦੇ ਹੈ, ਜਿਹੜੇ ਮਾਹੌਲ ਹੈ ਨੋਰਮਲਾਈਜ਼ ਹੁੰਦੇ ਹੈ। ਜਿਹੜਾ ਅੱਜ ਪੰਜਾਬ ਸਭ ਤੋਂ ਵੱਡਾ ਸ਼ਿਕਾਰ ਜੰਗ ਦਾ ਹੈ, ਜਿਹਦੇ ਵਿੱਚ ਤਬਾਹੀ ਨਾ ਉਰੇ ਇੰਡਸਟਰੀ ਸੈਟਲ ਹੁੰਦੀ ਹੈ। ਅਸੀਂ ਤਾਂ ਕਹਿੰਦੇ ਹਾਂ ਫ੍ਰੀ ਇਕਨੋਮਿਕ ਜ਼ੋਨ ਬਾਰਡਰ ਤੇ ਖੋਲ੍ਹਣੇ ਚਾਹੀਦੇ ਆ, ਤਾਂ ਕਿ ਅਸੀਂ ਉਰੇ ਉਹ ਸੋਨੇ ਦੀ ਚਿੜੀਆ ਜਿੱਥੋਂ ਕੋਹਿਨੂਰ ਨਿਕਲਿਆ ਸੀ ਵਾਪਸ ਸਥਾਪਿਤ ਕਰ ਸਕੀਏ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ ਲਾਹੌਰ ਤੋਂ ਚੱਲਿਆ ਸੀ, ਸਾਨੂੰ ਉੱਥੇ ਜਾਣਾ ਚਾਹੀਦਾ ਹੈ। ਸਾਡੇ ਜਿਹੜੇ ਵਿਛੜੇ ਗੁਰਧਾਮ ਹੈ, ਅੱਜ ਮੋਦੀ ਨੇ ਜਾ ਕੇ ਬਿਆਨ ਦੇਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਰਾਮ ਜੀ ਦੇ ਉਪਾਸ਼ਕ ਸੀ, ਜਦ ਕਿ ਗੁਰੂ ਸਾਹਿਬ ਨੇ ਕਿਹਾ ਸੀਗਾ
ਪੁਰਾਨ ਕੁਰਾਨ ਹਾਂਜੀ। ਸੋ ਉਹਨਾਂ ਨੇ ਆਪਣੇ ਆਪ ਨੂੰ ਵੱਖਰਾ ਕੀਤਾ ਸੀ। ਉਹਦਾ ਨਤੀਜਾ ਕੀ ਹੋਇਆ? ਉਹਦਾ ਨਤੀਜਾ ਇਹ ਹੋਇਆ ਕਿ ਨਾਲ ਦੀ ਨਾਲ ਨਨਕਾਣਾ ਸਾਹਿਬ ਤੇ ਧਮਕੀ ਦੇਤੀ ਉੱਥੇ ਦੇ ਮੁਤਸ਼ਵੀ ਸੋਚ ਵਾਲਿਆਂ ਨੇ ਕਿ ਇਹਨੂੰ ਅਸੀਂ ਮਸਜਿਦ ਬਣਾ ਦੇਣਾ ਹੈ। ਜਦ ਭਲੇ ਮਾਨਸਾ ਤੂੰ ਉਰੇ ਮਸਜਿਦ ਢਾਏਂਗਾ, ਸਾਡੇ ਤਾਂ ਗੁਰੂ ਘਰ ਉੱਥੇ ਆ, ਉੱਥੇ ਦਾ ਅਸਰ ਤੂੰ ਕਦੀ ਸੋਚਦਾ ਹੀ ਨਹੀਂ ਹੈਗਾ। ਉਰੇ ਆ ਭਲਾ ਮਾਨਸ ਸਿੱਧੂ ਨੇ ਜਾ ਕੇ ਮਸਜਿਦ ਦੇ ਉੱਤੇ ਹਮਲਾ ਕੀਤਾ ਸੀਗਾ, ਉੱਥੇ ਫੇਰ ਉਹ ਸਾਨੂੰ ਸਾਹਮਣੇ ਕਰਨੇ ਪੈਂਦੇ ਹੈਗੇ ਆ। ਸੋ ਅਸੀਂ ਨਹੀਂ ਚਾਹੁੰਦੇ ਇਹ ਮਤਸ਼ਵੀ ਸੋਚ, ਅਸੀਂ ਲੜਾਈਆਂ ਨਹੀਂ ਚਾਹੁੰਦੇ। ਵੀ ਵਾਂਟ ਪੀਸ, ਵੀ ਵਾਂਟ ਟ੍ਰੇਡ, ਵੀ ਵਾਂਟ ਗਰੋਥ, ਵੀ ਵਾਂਟ ਅ ਸਟੇਬਲ ਪੰਜਾਬ। ਤਾਂ ਇਸ ਕਰਕੇ ਅਸੀਂ ਕਹਿੰਦੇ ਆ ਕਿ ਬੀਜੇਪੀ, ਜੇ ਤੂੰ ਮਾਰਕੀਟ ਇਕਨੋਮਿਕਸ 'ਚ ਜਾਣਾ ਚਾਹੁੰਦੀ ਹੈ ਤਾਂ ਫਿਰ ਆ ਵੀ ਖੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅਸੀਂ ਉਰੇ ਪਹਿਲਾਂ ਇਤਲਾਹ ਦਿੱਤੀ ਸੀਗੀ ਕਿ ਅਸੀਂ ਜੋ ਗੁਰੂ ਸਾਹਿਬ ਦੇ ਸਰੂਪ ਇੱਥੋਂ SGPC ਦੇ ਹਵਾਲੇ 'ਚੋਂ ਗਾਇਬ ਕੀਤੇ ਗਏ ਹਨ, ਉਹਦੇ ਬਾਰੇ ਅਸੀਂ ਆਪਣਾ ਇੱਕ ਕੇਸ ਪਾਉਣ ਦੀ ਮੁਹਿੰਮ ਸ਼ੁਰੂ ਕਰਾਂਗੇ। ਉਹਦੇ ਕੁਝ ਨਤੀਜੇ ਹਜੇ ਸਾਡੇ ਕੋਲੇ ਆ ਗਏ ਆ। ਅਸੀਂ ਪਿੰਡ ਪੱਤਰ ਭੇਜ ਰਹੇ ਹਾਂ, ਜਿਹਦੇ ਵਿੱਚ ਜੋ ਇਹਨਾਂ ਦੀਆਂ ਕਰਤੂਤਾਂ ਗੁਰੂ ਸਾਹਿਬ ਦੇ ਸਰੂਪਾਂ ਨੂੰ ਗਾਇਬ ਕਰਨ ਦੀਆਂ, ਉਹ ਸਾਰੇ ਪਿੰਡਾਂ 'ਚ ਅਸੀਂ ਭੇਜਦੀਆਂ। ਕੱਲੇ ਲੌਂਗੋਵਾਲ ਤੋਂ ਅਸੀਂ ਸਾਈਨ ਕਰਾਏ ਆ, ਜਿਹਦੇ ਵਿੱਚ ਅਸੀਂ 50,000 ਸਾਈਨ ਗੁਰੂ ਸਾਹਿਬ ਦੇ ਵੇਰਵਾ ਲੈਣ ਵਾਸਤੇ, ਕੇਸ ਪਾਉਣ ਵਾਸਤੇ 50,000 ਸਾਈਨ ਅਸੀਂ ਕੱਲੇ ਲੌਂਗੋਵਾਲ ਸੰਗਰੂਰ ਤੋਂ ਇਕੱਠੇ ਕਰ ਲਏ ਹੈਗੇ ਆ। ਇਹਦੇ ਵਿੱਚ ਅਸੀਂ ਤਕਰੀਬਨ 7 ਪੁਆਇੰਟ ਰੱਖੇ ਆ, ਜਿਨ੍ਹਾਂ ਵਿੱਚ ਸਰੂਪਾਂ ਨੂੰ RSS ਦੇ ਹਵਾਲੇ ਹੋਣ ਦਾ ਡਰ ਅਤੇ ਧਰਮ ਵਿਵਾਦ ਪੈਦਾ ਕਰਨ ਦਾ ਸ਼ੱਕ, ਅਤੇ ਇਹ ਜਿਹੜੀ ਕਾਰਜਕਾਰੀ ਇਹਨਾਂ ਨੇ ਕੀਤੀ ਹੈ SGPC ਵਾਲਿਆਂ ਨੇ, ਉਹਨਾਂ ਦੇ ਬਾਰੇ ਪੜਤਾਲ ਕਰਨ ਵਾਸਤੇ ਅਸੀਂ ਮੰਗ ਰੱਖੀ ਹੈ। ਤੇ ਅਸੀਂ ਸਮਝਦੇ ਹਾਂ ਕਿ ਐਤਕਾਂ ਸੈਂਟਰ ਦੀ ਸਰਕਾਰ ਨੇ ਨੌਵੇਂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਅਗਲਾ ਸਾਲ ਮਨਾਉਣ ਦਾ ਵਾਅਦਾ ਕੀਤਾ ਹੈ, ਤੇ ਉਹ ਆਪਣੇ ਆਪ ਨੂੰ ਗੁਰੂਆਂ ਪ੍ਰਤੀ ਪੇਸ਼ ਕਰਨਾ ਚਾਹੁੰਦੇ ਆ। ਇਸੇ ਤਰ੍ਹਾਂ ਸਟੇਟ ਦੀ ਸਰਕਾਰ, ਪੰਜਾਬ ਸਰਕਾਰ ਨੇ ਵੀ ਉਹਨਾਂ ਦੀ ਹਮਾਇਤ ਕੀਤੀ ਹੈ, ਔਰ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਿਆਂ ਤੇ ਸਹੁੰ ਚੱਕ ਕੇ ਇਲੈਕਸ਼ਨ ਜਿੱਤੇ ਹੈ। ਪਰ ਅਸੀਂ ਇਸੇ ਕਰਕੇ ਇਹ ਜਿਹੜਾ ਪਰਚਾ ਤਿਆਰ ਕੀਤਾ ਹੈ, ਅੱਜ ਕਮਿਸ਼ਨਰ ਪੁਲਿਸ ਦੇ ਰਾਹੀਂ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਭੇਜਣਾ ਹੈ ਕਿ ਇਹ ਕੇਸ ਪਾਏ ਜਾਣ, ਔਰ ਇਹ ਕੇਸ ਛੇਤੀ ਤੋਂ ਛੇਤੀ ਪੜਤਾਲ ਕੀਤੇ ਜਾਣ, ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ 328 ਸਰੂਪ ਗੁਰੂ ਸਾਹਿਬ ਦੇ ਕਿੱਥੇ ਗਏ। ਸੋ ਆਹ ਸਾਡੀ ਅੱਜ ਦੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਬੇਨਤੀ ਕੀਤੀ ਸੀ ਕਿ ਅਸੀਂ ਆਪਣੇ ਗੁਰੂ ਦੇ ਵੇਰਵੇ ਵਾਸਤੇ ਕੰਮ ਸ਼ੁਰੂ ਕੀਤਾ ਹੈ। ਉਹਦੀ ਹਜੇ ਤੱਕ ਦੀ ਸਾਡੀ ਜਿਹੜੀ ਸਿਗਨੇਚਰ ਕੈਂਪੇਨ ਹੈ 50,000 ਤੇ ਪਹੁੰਚ ਗਈ। ਅਸੀਂ ਸਮਝਦੇ ਹਾਂ ਕਿ ਸਾਡੀ ਘਾਟ ਹੈ ਕਿ ਅਸੀਂ ਪਿੰਡ ਤਾਈਂ ਨਹੀਂ ਪਹੁੰਚ ਸਕੇ। ਅਸੀਂ ਸ਼ਹਿਰਾਂ ਦੇ ਵਿੱਚ ਜਿਹੜੇ ਸਿੱਖ, ਗੈਰ ਸਿੱਖ ਜੋ ਗੁਰੂ ਸਾਹਿਬ ਪ੍ਰਤੀ ਆਪਣਾ ਸੋਚ ਰੱਖਦੇ ਹਾਂ, ਜੋ ਇਹਦੇ ਵਿੱਚ ਵੀ ਅਸੀਂ ਸ਼ਾਮਲ ਕਰਾਂਗੇ ਸਾਈਨ ਕਰਨ 'ਚ, ਇਹਦੀ ਪੜਤਾਲ ਪਤਾ ਕਰਨ 'ਚ। ਮੈਂ ਹਰੇਕ ਹਿੰਦੂ ਵੀਰ, ਕ੍ਰਿਸਚਨ ਵੀਰ, ਮੁਸਲਮਾਨ ਵੀਰ ਨੂੰ ਬੇਨਤੀ ਕਰੂੰਗਾ ਕਿ ਇਹ ਐਫੀਡੇਵਿਟ ਦੇ ਉੱਤੇ ਸਾਈਨ ਕਰਕੇ ਆਪਣਾ ਵੇਰਵਾ ਦੇਣ। ਭੈਣ ਭਰਾ, ਬੱਚੇ, ਬਜ਼ੁਰਗ, ਜਿਹੜੀ ਸਾਡੀ 2.25 ਕਰੋੜ ਦੀ ਆਬਾਦੀ ਪੰਜਾਬ 'ਚ ਹੈ, ਉਸ ਤੋਂ ਇਲਾਵਾ ਬੱਚੇ ਵੀ ਰਲਾ ਕੇ ਮੇਰਾ ਖਿਆਲ ਹੈ 4-5 ਕਰੋੜ ਆਬਾਦੀ ਹੈ। ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਪ੍ਰਤੀ ਇੰਨੀ ਭਾਵਨਾ ਹੋਊਗੀ ਕਿ ਘੱਟੋ ਘੱਟ ਅਸੀਂ 2 ਕਰੋੜ ਸਾਈਨ ਕਰਕੇ ਇਹ ਬੋਲੀ ਸਰਕਾਰ ਨੂੰ, ਬੋਲੀ ਅਦਾਲਤਾਂ ਨੂੰ
ਔਰ ਬੋਲੀ ਤੇ ਗੂੰਗੀ ਐਸਜੀਪੀਸੀ ਨੂੰ ਸ਼ਾਂਤਮਈ ਰੂਪ 'ਚ ਜਮਹੂਰੀਅਤ ਪਸੰਦ ਤਰੀਕੇ ਨਾਲ ਜਗਾ ਸਕੀਏ। ਸੋ ਇਹ ਸ਼ੁਰੂਆਤ ਦਾ ਅੱਜ ਅਸੀਂ ਤੁਹਾਨੂੰ ਵੇਰਵਾ ਦੇਣ ਆਏ ਹਾਂ। ਐਸਜੀਪੀਸੀ ਨੇ ਅੱਜ 17 ਤਰੀਕ ਨੂੰ ਸਾਰੀ ਸਿੰਘ ਸੰਗਤ ਨੂੰ ਸੱਦਿਆ। ਉਹ 100 ਸਾਲ ਵਰ੍ਹੇਗੰਢ ਐਸਜੀਪੀਸੀ ਦੇ ਮਨਾਉਣੇ ਚਾਹੁੰਦੇ ਆ। ਇਹਦੇ ਵਿੱਚ ਅਸੀਂ ਵੀ ਸ਼ਮੂਲੀਅਤ ਲਵਾਂਗੇ। ਨਾ ਅਸੀਂ ਸਟੇਜ ਭਾਲਦੇ ਆ, ਨਾ ਅਸੀਂ ਉੱਥੇ ਗੱਲ ਕਰਨਾ ਚਾਹੁੰਦੇ ਆ, ਪਰ ਅੱਜ ਅਸੀਂ ਉਸ ਦੇ ਵਿੱਚ ਸ਼ਮੂਲੀਅਤ ਰੋਸ ਦੇ ਤਵੱਜੋ ਪ੍ਰਗਟ ਕਰਾਂਗੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ 328 ਸਰੂਪ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਣ, ਉਹਨਾਂ ਦਾ ਕੋਈ ਵੇਰਵਾ ਨਾ ਹੋਣ ਤੇ ਇਹ ਆਪਣੀਆਂ ਸ਼ਕੀਨੀਆਂ ਸਟੇਜਾਂ ਦੇ ਉੱਤੇ ਪੂਰੇ ਕਰਨ। ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਉੱਥੇ ਪ੍ਰਚਾਰ ਹੋਣ, ਕੀਰਤਨੀ ਜਥੇ ਲੱਗਣ, ਢਾਡੀ ਲਿਖਣ, ਪਰ ਉਹਦੇ ਉੱਤੇ ਮੇਰਾ ਨਹੀਂ ਖਿਆਲ ਕਿ ਕੋਈ ਪ੍ਰਧਾਨ ਜਾਂ ਜਥੇਦਾਰ ਹੱਕ ਰੱਖਦਾ ਹੈ ਕਿ ਜਿੰਨੀ ਦੇਰ 328 ਗੁਰੂ ਸਾਹਿਬ ਸਾਡਾ ਵੇਰਵਾ ਨਹੀਂ ਪਤਾ ਲੱਗਦਾ ਕਿੱਥੇ ਹੈ, ਉਹ ਉੱਥੇ ਆ ਕੇ ਆਪਣੇ ਆਪ ਨੂੰ ਮੂਹਰੇ ਕਰਨ। ਉਹਨਾਂ ਦਾ ਕੰਮ ਗੁਰੂ ਸਾਹਿਬ ਨੂੰ ਸੁਰੱਖਿਆ ਰੱਖਣਾ ਤੇ ਲੱਭਣਾ ਹੈ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸਟੇਜ ਤੇ ਉਹ ਵੀ ਨਾ ਚੜ੍ਹਨ। ਅਸੀਂ ਸ਼ੋਕ ਇਸ ਗੱਲ ਦਾ ਕਰੀਏ। ਹਰਿਮੰਦਰ ਸਾਹਿਬ ਬੰਦੀ ਛੋੜ ਦਿਵਸ ਦੇ ਸਿਧਾਂਤ ਨੂੰ ਮਨਾਉਂਦੇ ਹੋਏ ਆਏ ਸਾਲ ਗੁਰੂ ਘਰ ਨੂੰ ਰੋਸ਼ਨ ਕਰਦੇ ਹਾਂ। ਸਾਡੀ ਬੇਨਤੀ ਹੈ ਕਿ ਜਿਹੜੇ 328 ਪਾਵਨ ਪਵਿੱਤਰ ਸਰੂਪ ਹਨ, ਉਹਨਾਂ ਦਾ ਸਾਨੂੰ ਪਤਾ ਨਹੀਂ ਕਿਸ ਹਾਲਾਤ 'ਚ ਹਨ। ਸਾਰੀ ਕੌਮ ਦੁਖੀ ਹੈ। ਅਸੀਂ ਉਹਨਾਂ ਦੇ ਅਫਸੋਸ 'ਚ ਘੱਟੋ ਘੱਟ ਅੱਧਾ ਘੰਟਾ ਚਾਹੇ ਘਰਾਂ 'ਚ ਚਾਹੇ ਹਰਿਮੰਦਰ ਸਾਹਿਬ 'ਚ ਆਪਣੇ ਜਿਹੜੀਆਂ ਦੀਏ ਲਾਈਟ ਹੈਗੇ ਉਹਨਾਂ ਨੂੰ ਨਾ ਬਾਲੀਏ। ਉਹ ਪਾਵਨ ਪਵਿੱਤਰ ਗੁਰੂ ਸਾਹਿਬ ਦੇ ਯਾਦ ਦੇ ਵਿੱਚ ਉਹਨਾਂ ਦੇ ਵਾਪਸ ਆਉਣ ਦੇ ਚਿੰਤਾ ਪ੍ਰਤੀ ਅਸੀਂ ਕੁਝ ਸਮੇਂ ਲਈ ਉੱਥੇ ਆਪਣਾ ਇਹ ਰੋਸ਼ਨ ਜਿਹੜਾ ਕਰਦੇ ਹਾਂ ਉਹਨੂੰ ਆਪਣਾ ਸ਼ੋਕ ਵੀ ਦਿਖਾਈਏ ਕਿ ਸਾਨੂੰ ਪਤਾ ਨਹੀਂ ਗੁਰੂ ਸਾਹਿਬ ਕਿੱਥੇ ਹੈ। 20 ਤਰੀਕ ਨੂੰ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਿਹੜੇ 7 ਪੁਆਇੰਟ ਇਸ ਪੱਤਰ 'ਚ ਅਸੀਂ ਸੰਗਤਾਂ ਕੋਲ ਲੈ ਕੇ ਜਾ ਰਹੇ ਹਾਂ, ਉਹ 27 ਤਰੀਕ ਦੇ ਇਜਲਾਸ ਤੋਂ ਪਹਿਲਾਂ ਕੱਲੇ ਮੈਂਬਰ ਐਸਜੀਪੀਸੀ ਦੇ ਘਰਾਂ ਤੇ ਜਾ ਕੇ ਉਹਨਾਂ ਨੂੰ ਇਹ ਜਾ ਕੇ ਦਿੱਤਾ ਜਾਊਗਾ ਤਾਂ ਕਿ ਜਦ ਉਹ ਆਪਣਾ ਨਵਾਂ ਪ੍ਰਧਾਨ ਚੁਣਨ ਉਸ ਤੋਂ ਪਹਿਲਾਂ ਉਹ ਗੁਰੂ ਸਾਹਿਬ ਦੇ ਬਾਰੇ ਸੋਚਣ ਔਰ ਇਹਦੇ ਉੱਤੇ ਕਾਰਵਾਈ ਤੇਜ਼ੀ ਤੇ ਰਫ਼ਤਾਰੀ ਨਾਲ ਕਰਕੇ ਲੱਭਣ ਦਾ ਪਹਿਲਾਂ ਕੰਮ ਕਰਨ। ਆਪਣੇ ਨਵੇਂ ਪ੍ਰਧਾਨਾਂ ਨੂੰ ਚੁਣਨ ਦਾ ਕੰਮ ਬਾਅਦ 'ਚ ਕਰਨ। ਤੇ ਇਹਦੇ ਬਾਰੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਹ ਜਿਹੜਾ ਹਾਊਸ ਹੈ ਜੋ ਐਤਕੀ 100 ਸਾਲਾ ਮਨਾ ਰਿਹਾ ਉਹ ਪਹਿਲਾਂ ਗੁਰੂ ਸਾਹਿਬ ਵੱਲ ਧਿਆਨ ਦੇਊਗਾ, ਬਾਅਦ 'ਚ ਆਪਣੇ ਪ੍ਰਧਾਨਗੀਆਂ ਬਖਸ਼ੂਗਾ। 27 ਤਰੀਕ ਨੂੰ ਇਹਨਾਂ ਦਾ ਇਜਲਾਸ ਹੈ। ਜਿਵੇਂ ਪਿਛਲੇ ਸਮੇਂ ਸ਼ਾਂਤਮਈ ਅਮਨ ਪਸੰਦ ਤਰੀਕੇ ਨਾਲ ਅਸੀਂ ਇਹ ਸਾਰੇ ਮੁੱਦੇ ਇਹਨਾਂ ਦੇ ਸਾਹਮਣੇ ਰੱਖੇ ਸੀਗੇ, ਅਸੀਂ ਐਤਕੀ ਫੇਰ ਉਹ ਕੰਮ ਕਰਾਂਗੇ ਕਿਉਂਕਿ ਇਹਨੂੰ ਰਿਜ਼ੋਲਵ ਹੋਣਾ ਪੈਣਾ। ਇਹਦੇ ਵਿੱਚ ਜਿਹੜੀ ਵੀ ਪੜਤਾਲ ਹੋ ਸਕਦੀ ਹੈ ਉਹ ਕਰਨੀ ਪੈਣੀ ਹੈ, ਸਟੇਟ ਨੂੰ ਕਰਨੀ ਪੈਣੀ ਹੈ, ਐਸਜੀਪੀਸੀ ਨੂੰ ਕਰਨੀ ਪੈਣੀ ਹੈ, ਕਿਉਂਕਿ ਇਹਦਾ ਰੋਸ ਬਹੁਤ ਜ਼ਿਆਦਾ ਹੈ। ਜਿੱਥੇ ਅਸੀਂ ਗੁਰੂ ਸਾਹਿਬ ਦੀ ਦੇਖ ਰੇਖ ਦੇ ਵਿੱਚ ਬਹੁਤ ਸੀਰੀਅਸਲੀ ਗੁੱਝੇ ਹੋਏ ਹਾਂ, ਉੱਥੇ ਜੋ ਕਿਸਾਨੀਅਤ ਦੀ ਹਾਲਾਤ ਹੈ ਉਹ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ। ਅਸੀਂ ਸਤਿਕਾਰਯੋਗ ਡਾਕਟਰ ਰਣਜੀਤ ਸਿੰਘ ਘੁੰਮਣ ਜਿਨ੍ਹਾਂ ਨੇ ਸੈਂਟਰ ਫॉर ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਦੀ ਰਿਪੋਰਟ ਕੱਢੀ ਸੀਗੀ ਕਿ ਜਿਹੜਾ ਟ੍ਰੇਡ ਦਾ ਇੰਬਾਰਗੋ ਵਾਘਾ ਬਾਰਡਰ ਤੇ ਕੀਤਾ ਹੈ, ਰੋਕੀ ਹੈ, ਉਹਦਾ ਇੰਪੈਕਟ ਕੀ ਹੋਊਗਾ। ਜਿਹੜੇ ਕਿਸਾਨੀਅਤ ਹੈ, ਪਹਿਲਾਂ ਨਹਿਰੂ ਦੇ ਸਮੇਂ 'ਚ ਉਰੇ ਜਿਹੜਾ ਸੋਸ਼ਲਿਸਟ ਕਮਿਊਨਿਸਟ ਸਭਾ ਹੁੰਦਾ ਸੀ ਉਹਦੇ ਵਿੱਚ ਉਹਨਾਂ ਦੀ ਥਿਉਰੀ ਦੇ ਮੁਤਾਬਕ ਜਿਹੜੇ ਮੀਨਸ ਆਫ ਪ੍ਰੋਡਕਸ਼ਨ ਹੈ ਉਹ ਸਟੇਟ ਓਨ ਕਰਦਾ ਸੀ, ਜਿਸ ਕਾਰਨ ਸਟੇਟ ਨੇ ਮੰਡੀਕਰਨ ਆਪਣੇ ਉੱਤੇ ਲਿੱਤਾ। ਪ੍ਰਾਈਮ ਉਹਦੇ ਲਈ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ।